ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਸਟੋਰੀ ਆਫ ਦ ਡੇ ਵਿਜ਼ਨ ਸਪੈਸ਼ਲ। ਪੰਜਾਬ ਦੇ ਵਿੱਚ ਇਸ ਵਕਤ ਕੇਂਦਰ ਸਰਕਾਰ ਵੱਲੋਂ ਖੇਤੀ ਨਾਲ ਸੰਬੰਧਿਤ ਜੋ 3 ਆਰਡੀਨੈਂਸ ਪਾਸ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਤੇ 25 ਸਤੰਬਰ ਨੂੰ ਸਮੁੱਚੇ ਪੰਜਾਬ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਤੇ ਇਸ ਤੋਂ ਕਿਸਾਨਾਂ ਤੋਂ ਇਲਾਵਾ ਪੰਜਾਬ ਦੇ ਵਿੱਚ ਹੋਰ ਵੀ ਜਿਹੜੀਆਂ ਸੰਸਥਾਵਾਂ ਨੇ, ਭਾਵੇਂ ਉਹ ਲੇਖਕ ਜਥੇਬੰਦੀਆਂ ਨੇ, ਭਾਵੇਂ ਉਹ ਹੋਰ ਆੜ੍ਹਤੀਆਂ ਦੀਆਂ ਜਥੇਬੰਦੀਆਂ ਨੇ, ਉਹ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰੀਆਂ ਨੇ। ਤੇ ਇਸੇ ਸੰਬੰਧ ਵਿੱਚ ਅੱਜ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਵੱਲੋਂ ਵੀ ਕਿਸਾਨਾਂ ਦੇ ਹੱਕ ਵਿੱਚ ਅਤੇ ਪੰਜਾਬੀ ਭਾਸ਼ਾ ਬਿੱਲ ਦੇ ਸੰਬੰਧ ਵਿੱਚ ਜਿਹੜਾ ਪ੍ਰੈਸ ਕਾਨਫਰੰਸ ਰੱਖੀ ਗਈ ਹੈ। ਵਜ੍ਹਾ ਇਹ ਹੈ ਕਿ ਖੇਤੀ ਆਰਡੀਨੈਂਸਾਂ ਦੇ ਨਾਲ ਭਾਰਤ ਸਰਕਾਰ ਦੇ ਵੱਲੋਂ ਨਵੀਂ ਸਿੱਖਿਆ ਨੀਤੀ ਲੈ ਕੇ ਆਂਦੀ ਗਈ ਹੈ ਤੇ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੇ ਵਿੱਚ ਜੋ ਨਵਾਂ ਭਾਸ਼ਾਈ ਸੋਧ ਬਿੱਲ ਹੈ ਉਹ ਪਾਸ ਕੀਤਾ ਗਿਆ, ਉਹਦੇ ਵਿੱਚ ਪੰਜਾਬੀ ਭਾਸ਼ਾ ਨੂੰ ਬਾਹਰ ਰੱਖਿਆ ਗਿਆ। ਕੱਲ੍ਹ ਲੋਕ ਸਭਾ ਦੇ ਵਿੱਚ ਇਸ ਬਿੱਲ ਨੂੰ ਜ਼ਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਖੇਤੀ ਆਰਡੀਨੈਂਸ ਦਾ ਬਿੱਲ ਦੇ ਨਾਲ ਹੋਇਆ, ਰਾਜ ਸਭਾ ਉਸ ਤੋਂ ਬਾਅਦ ਰਾਸ਼ਟਰਪਤੀ ਦੇ ਦਸਤਖਤ ਹੋ ਕੇ ਇਹਨੂੰ ਲਾਗੂ ਕਰ ਦਿੱਤਾ ਜਾਵੇਗਾ ਅਤੇ ਹੁਣ ਤੋਂ ਹੀ ਪੰਜਾਬ ਦੀਆਂ ਉਹ ਚਾਹੇ ਸਿੱਖਿਆ ਜਥੇਬੰਦੀਆਂ ਹੋਣ, ਭਾਵੇਂ ਹੋਰ ਪੰਜਾਬ ਹਤੈਸ਼ੀ ਬੁੱਧੀਜੀਵੀ ਹੋਣ, ਉਹ ਇਹ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਜੋ ਕੇਂਦਰ ਸਰਕਾਰ ਕਰ ਰਹੀ ਹੈ ਉਹ ਸਰਾਸਰ ਧੱਕਾ ਹੈ, ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਬੋਲਣ ਵਾਲੇ ਬਹੁਤ ਜ਼ਿਆਦਾ ਲੋਕ ਨੇ ਤਾਂ ਉੱਥੋਂ ਪੰਜਾਬੀ ਨੂੰ ਬਾਹਰ ਕਿਵੇਂ ਰੱਖਿਆ ਜਾ ਸਕਦਾ। ਤੇ ਹੋਰ ਵੱਡੀ ਗੱਲ ਇਹ ਹੈ ਕਿ ਉੱਥੋਂ ਦੀ ਜੋ ਡੋਗਰੀ ਭਾਸ਼ਾ ਉਹ ਕਿਸੇ ਸਮੇਂ ਪੰਜਾਬੀ ਦੀ ਉਪਭਾਸ਼ਾ ਰਹੀ ਹੈ ਅਤੇ ਹੁਣ ਉਸ ਨੂੰ ਦੇਵਨਾਗਰੀ ਲਿਪੀ ਦੇ ਵਿੱਚ ਰੱਖ ਕੇ ਉਸ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣਾ ਇੱਕ ਤਰੀਕੇ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਨਾ। ਭਾਰਤ ਸਰਕਾਰ ਵੱਡੇ ਪੱਧਰ ਉੱਤੇ ਅੰਕੜੇ ਪੇਸ਼ ਕਰ ਰਹੀ ਹੈ ਕਿ ਉੱਥੇ ਜੋ ਲੋਕ ਨੇ ਉਹ ਜਾਂ ਤਾਂ ਕਸ਼ਮੀਰੀ ਬੋਲੀ ਬੋਲਦੇ ਨੇ, ਡੋਗਰੀ ਬੋਲਦੇ ਨੇ, ਉਰਦੂ ਬੋਲਦੇ ਨੇ ਅਤੇ ਹਿੰਦੀ ਬੋਲਦੇ ਨੇ। ਇਸ ਦੀ ਵਜ੍ਹਾ ਕਰਕੇ ਜਿਹੜੀਆਂ ਹੋਰ ਕਈ ਭਾਸ਼ਾਵਾਂ ਨੇ ਪੰਜਾਬੀ ਸਮੇਤ ਉਹਨਾਂ ਨੂੰ ਇਸ ਸੂਚੀ 'ਚੋਂ ਬਾਹਰ ਰੱਖਿਆ ਗਿਆ ਤੇ ਹੁਣ ਪੰਜਾਬੀ ਲੇਖਕ ਸਭਾ ਰਜਿਸਟਰ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਹੁਣ 25 ਤਰੀਕ ਨੂੰ ਜੋ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਖਿਲਾਫ ਧਰਨਾ ਪ੍ਰਦਰਸ਼ਨ ਉਹਦਾ ਵੀ ਸਮਰਥਨ ਕਰਨ ਦੀ ਗੱਲ ਆਖੀ ਗਈ ਹੈ। ਫਿਲਹਾਲ ਹੋਰ ਕੀ ਵਿਚਾਰ ਨੇ ਜਥੇਬੰਦੀਆਂ ਦੇ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਬੁਲਾਰਿਆਂ ਦੇ ਸੁਣਦੇ ਹਾਂ। ਕੇਵਲ ਆਰਥਿਕ ਸਮਾਜਿਕ ਜਿਹੜੇ ਮਸਲੇ ਨੇ ਉਹਨਾਂ 'ਚ ਬਹੁਤ ਸਾਰੀ ਸੰਕਟ ਦੀ ਸਥਿਤੀ ਨਹੀਂ ਪੈਦਾ ਕਰ ਰਿਹਾ, ਸਗੋਂ ਭਾਸ਼ਾ ਤੇ ਸੱਭਿਆਚਾਰ ਦੇ ਮੁੱਦੇ ਵੀ ਜਿਹੜੇ ਆ ਉਹ ਇਸ ਤਰੀਕੇ ਨਾਲ ਸਾਡੇ ਸਾਹਮਣੇ ਲਿਆਂਦੇ ਜਾ ਰਹੇ ਆ ਵੀ ਚੁੱਪ ਚਪੀਤੇ ਤੁਹਾਡੀਆਂ ਆਪਣੀਆਂ ਸਥਾਨਕ ਭਾਸ਼ਾਵਾਂ ਵੀ ਤੁਹਾਤੋਂ ਖੋਹਣ ਦੀ ਇੱਕ ਸਾਜ਼ਿਸ਼ ਕੀਤੀ ਜਾ ਰਹੀ ਹੈ। ਇਸ ਕਰਕੇ ਅਸੀਂ ਅੱਜ ਪੰਜਾਬੀ ਭਾਸ਼ਾ ਦੇ ਮੁੱਦੇ 'ਤੇ, ਸਿੱਖਿਆ 'ਚ ਭਾਸ਼ਾ ਦੇ ਮੁੱਦੇ 'ਤੇ ਇਸ ਵੇਲੇ ਜਿਹੜਾ ਅੰਦੋਲਨ ਦਿਖਾਈ ਭਾਵੇਂ ਸਾਨੂੰ ਹਾਲੇ ਪੰਜਾਬ 'ਚ ਰਿਹਾ, ਹਰਿਆਣੇ 'ਚ ਦਿਖਾਈ ਦੇ ਰਿਹਾ, ਪਰ ਕਿਉਂਕਿ ਮੀਡੀਆ ਦਾ ਵੱਡਾ ਹਿੱਸਾ ਇੱਕ ਜਿਹੜਾ ਆ ਉਹ ਉਹਨਾਂ ਚੀਜ਼ਾਂ ਨੂੰ ਨਹੀਂ ਦਿਖਾਉਂਦਾ ਜਿਹੜੀਆਂ ਚੀਜ਼ਾਂ ਸਿੱਧੇ ਤੌਰ 'ਤੇ ਸੰਬੰਧਿਤ ਹੁੰਦੀਆਂ ਲੋਕਾਂ ਦੇ ਨਾਲ। ਉਹ ਮੁੱਦਾ ਉਹ ਖੇਤੀ ਬਿੱਲਾਂ ਦਾ ਮੁੱਦਾ ਹੈ। ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਉਹ ਸਿੱਧੇ ਤੌਰ 'ਤੇ ਭਾਵੇਂ ਭਾਸ਼ਾ ਦਾ ਮੁੱਦਾ ਨਾ ਵੀ ਦਿਖਾਈ ਦਿੰਦਾ ਹੋਵੇ, ਬੋਲੀ ਦਾ ਮੁੱਦਾ ਨਾ ਵੀ ਦਿਖਾਈ ਦਿੰਦਾ ਹੋਵੇ, ਪਰ ਕਿਸਾਨੀ ਵੀ ਅਸਲ ਦੇ ਵਿੱਚ ਬੋਲੀ ਰਹੇਗੀ ਤਾਂ ਸਾਡੀ ਕਿਸਾਨੀ ਵੀ ਰਹੇਗੀ। ਇਸ ਕਰਕੇ ਉਹ ਵੀ ਸਾਡਾ ਹੀ ਮੁੱਦਾ ਹੈ। ਇਹਨਾਂ 3 ਮੁੱਦਿਆਂ 'ਤੇ ਅਸੀਂ ਤੁਹਾਡੇ ਨਾਲ ਅੱਜ ਡਾਇਲੋਗ ਕਰਨਾ, ਗੱਲਬਾਤ ਕਰਨੀ ਹੈ। ਭਾਵੇਂ ਕੁਝ ਪ੍ਰੈਸ ਨੋਟ ਦੇ ਰੂਪ ਤੁਹਾਡੇ ਕੋਲ ਹੈ, ਪਰ ਕੁਝ ਚੀਜ਼ਾਂ ਵਾਧੇ ਹੋਣਗੀਆਂ ਇਹਦੇ 'ਚ ਤੇ ਤੁਹਾਡੇ ਜੇ ਸਵਾਲ ਹੋਣਗੇ ਅਸੀਂ ਉਹ ਵੀ ਕੋਸ਼ਿਸ਼ ਕਰਾਂਗੇ ਕਿ ਜਿੰਨੀ ਕਿ ਸਾਡੀ ਸਮਝਦਾਰੀ ਹੈ ਕੇਂਦਰੀ ਪੰਜਾਬੀ ਲੇਖ ਸਭਾ ਦੀ ਉਹਦੇ ਮੁਤਾਬਕ ਤੁਹਾਨੂੰ ਇਹ ਜਵਾਬ ਦੇ ਸਕੀਏ। ਤਾਂ ਸਭ ਤੋਂ ਪਹਿਲਾਂ ਮੈਂ ਲੰਬਾ ਨਾ ਕਰਦਾ ਹੋਇਆ ਕੇਂਦਰੀ ਪੰਜਾਬੀ ਲੇਖ ਸਭਾ ਰਜਿਸਟਰਡ ਦੇ ਪ੍ਰਧਾਨ ਤੇ ਸਾਡੇ ਬਹੁਤ ਹੀ ਪਿਆਰੇ ਕਵੀ, ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਕਵੀ ਦਰਸ਼ਨ ਬੁੱਟਰ ਹੋਰਾਂ ਨੂੰ ਬੇਨਤੀ ਕਰਾਂਗੇ, ਤੁਹਾਡਾ ਸਵਾਗਤ ਵੀ ਕਰਨਗੇ, 1-2 ਗੱਲਾਂ ਵੀ ਕਰਨਗੇ। ਫਿਰ ਡਾਕਟਰ ਸੁਖਦੇਵ ਸਿੰਘ ਸਿਰਸਾ ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖ ਸਭਾ, ਉਹ ਤੁਹਾਡੇ ਨਾਲ ਇਹਨਾਂ ਮੁੱਦਿਆਂ 'ਤੇ ਕੁਝ ਖੁੱਲ੍ਹ ਕੇ ਚਰਚਾ ਕਰਨਗੇ। ਦਰਸ਼ਨ ਬੁੱਟਰ ਜੀ। ਜੋ ਸਰਕਾਰ ਹੈ ਉਹ ਕਰੋਨਾ ਦੀ ਆੜ ਹੇਠ ਜਾਂ ਆਪਣੀ ਤਾਕਤ ਜੋ ਉਹਨਾਂ ਨੂੰ ਇੰਨੀ ਜ਼ਿਆਦਾ ਬਹੁਤ ਸੰਮਤੀ ਮਿਲ ਗਈ ਹੈ, ਉਹ ਆਪਣੀ ਬਹੁਤ ਸੰਮਤੀ ਦੀ ਤਾਕਤ ਹੇਠ ਬਹੁਤ ਸਾਰੇ ਲੋਕ ਵਿਰੋਧੀ ਮਸਲਿਆਂ ਦੇ ਉੱਪਰ ਬੜੇ ਗਲਤ ਫੈਸਲੇ ਲੈ ਰਹੀ ਹੈ ਤੇ ਉਹ 2-3 ਮਸਲੇ ਜਿਹੜੇ ਬਹੁਤ ਹੀ ਸਾਡੇ ਮਨਾਂ ਨੂੰ ਇਹਨਾਂ ਦਿਨਾਂ 'ਚ ਅਟਕੇ ਨੇ, ਅਸੀਂ ਉਹਦੇ ਬਾਰੇ ਗੱਲ ਕਰਨੀ ਤੁਹਾਨੂੰ। ਇਹ ਸਾਡੀ ਲੇਖਕ ਸਭਾ ਦੇ ਵਿੱਚ ਵੀ ਉਨੇ ਹੀ ਸਰਗਰਮ ਸਾਥੀ ਨੇ ਜਿੰਨੇ ਪੱਤਰਕਾਰਤਾ ਦੇ ਵਿੱਚ ਆਪਣੀ ਜਿਹੜੀ ਇਤਿਹਾਸਕ ਕਿਸਮ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ। ਸੋ ਇਸ ਸੰਕਟ ਦੀ ਘੜੀ 'ਚ ਕੇਂਦਰੀ ਪੰਜਾਬੀ ਲੇਖਕ ਸਭਾ ਹਿੰਦੁਸਤਾਨ ਦੀ ਆਰਥਿਕਤਾ ਨੂੰ ਲੈ ਕੇ, ਸਾਡੇ ਸਮਾਜਿਕ ਮਸਲਿਆਂ ਨੂੰ ਲੈ ਕੇ
ਤੇ ਸਾਡੇ ਰਾਜਸੀ ਖੇਤਰ ਜਿਹੜੇ ਉੱਭਰ ਰਹੇ ਸੰਕਟ ਨੇ, ਖਾਸ ਤੌਰ 'ਤੇ ਜਿਸ ਤਰ੍ਹਾਂ ਸਾਡੇ ਸੰਵਿਧਾਨ ਦੀ ਤੇ ਲੋਕਤੰਤਰਕ ਮੁੱਲਾਂ ਦੀ ਜਿਹੜੀ ਹੈਗੀ ਆ ਉਹਨਾਂ ਦਾ ਹਨਨ ਹੋ ਰਿਹਾ, ਅਸੀਂ ਇਹਨਾਂ ਨੂੰ ਲੈ ਕੇ ਬਹੁਤ ਫਿਕਰਮੰਦ ਹਾਂ। ਕਿਉਂਕਿ ਕੇਂਦਰੀ ਪੰਜਾਬੀ ਲੇਖਕ ਸਭਾ ਕੇਵਲ ਲੇਖਕਾਂ ਦੀ ਇੱਕ ਸੰਸਥਾ ਨਹੀਂ, ਸਾਡੀ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਇਤਿਹਾਸ ਬੜਾ ਸ਼ਾਨਾਮੱਤਾ ਆ ਔਰ ਬੜਾ ਕ੍ਰਾਂਤੀਕਾਰੀ ਇਤਿਹਾਸ ਆ। ਸਾਡੇ ਲੇਖਕ ਚਾਹੇ ਉਹ ਐਮਰਜੈਂਸੀ ਦਾ ਦੌਰ ਹੋਵੇ ਜਾਂ ਜਦੋਂ ਵੀ ਕਿਤੇ ਮਨੁੱਖੀ ਹਕੂਕ ਦੇ ਉੱਤੇ ਕੋਈ ਵਾਰ ਹੋਇਆ, ਤਾਂ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਅਗਵਾਈ 'ਚ ਪਿਛਲੇ 70 ਸਾਲ ਤੋਂ ਸਾਡੇ ਲੇਖਕ ਜਿਹੜੇ ਹੈ ਉਹ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਨੇ ਔਰ ਸਰਕਾਰਾਂ ਨੂੰ ਚੇਤਾਵਨੀਆਂ ਦਿੰਦੇ ਰਹੇ ਨੇ, ਸੰਘਰਸ਼ ਕਰਦੇ ਰਹੇ ਨੇ। ਸੋ ਅੱਜ ਦੀ ਇਸ ਸੰਕਟ ਦੇ ਸਮੇਂ 'ਚ ਜਿਵੇਂ ਸਾਡੇ ਪ੍ਰਧਾਨ ਜੀ ਨੇ ਇਸ਼ਾਰਾ ਕੀਤਾ ਕਿ ਕਰੋਨਾ ਲੋਕਾਂ ਲਈ ਤਾਂ ਭਾਵੇਂ ਮਹਾਮਾਰੀ ਆ, ਪਰ ਜਿਹੜੀ ਮੌਜੂਦਾ ਸਰਕਾਰਾਂ ਨੇ, ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਤੇ ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ, ਇਹਨਾਂ ਸਰਕਾਰਾਂ ਲਈ ਜਿਹੜਾ ਕਰੋਨਾ ਸੀ ਉਹ ਲੋਕਾਂ ਦੀ ਆਵਾਜ਼ ਨੂੰ, ਲੋਕਾਂ ਦੇ ਸੰਘਰਸ਼ਾਂ ਨੂੰ ਦਮਨ ਕਰਨ ਦਾ ਇੱਕ ਸਾਧਨ ਬਣ ਗਿਆ। ਔਰ ਇਸ ਗੱਲ ਦੇ ਨਾਂ 'ਤੇ, ਲਾਕਡਾਊਨ ਦੇ ਨਾਂ 'ਤੇ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਆਇਦ ਕਰਕੇ ਲੋਕਾਂ ਦੀ ਆਵਾਜ਼ ਨੂੰ ਕੁਚਲ ਦਿੱਤਾ ਗਿਆ। ਸੋ ਅੱਜ ਜਿਹੜਾ ਸਾਡੇ ਸਾਹਮਣੇ ਫੌਰੀ ਮੁੱਦਾ ਸੀ, ਜੰਮੂ ਕਸ਼ਮੀਰ ਦੇ ਵਿੱਚ, ਕਿਉਂਕਿ ਪਿਛਲੇ ਸਾਲ 5 ਅਗਸਤ ਨੂੰ ਜੰਮੂ ਕਸ਼ਮੀਰ ਅਤੇ ਲੱਦਾਖ ਖਿੱਤੇ ਨੂੰ ਸਰਕਾਰ ਨੇ ਧਾਰਾ 370 ਹਟਾ ਕੇ ਔਰ ਉਹਨਾਂ ਦੋਹਾਂ ਪ੍ਰਦੇਸ਼ਾਂ ਨੂੰ ਅਲੱਗ-ਅਲੱਗ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਜੰਮੂ ਕਸ਼ਮੀਰ ਨੂੰ। ਅਤੇ ਨਤੀਜੇ ਵਜੋਂ ਹੁਣ ਕੇਂਦਰ ਦੀ ਸਰਕਾਰ ਨੇ ਜਿਹੜੀ ਨਵੀਂ ਭਾਸ਼ਾ ਨੀਤੀ ਬਣਾਈ ਆ ਜੰਮੂ ਕਸ਼ਮੀਰ ਦੇ ਵਿੱਚ, ਉਹਦੇ ਵਿੱਚੋਂ ਪੰਜਾਬੀ ਭਾਸ਼ਾ ਨੂੰ ਹਟਾ ਦਿੱਤਾ ਗਿਆ। ਮੈਂ ਸਿਰਫ ਇੱਕ ਸੰਕੇਤ ਕਰਨਾ ਚਾਹੁੰਦਾ ਕਿ 1941 ਦੀ ਜਨਗਣਨਾ ਵਿੱਚ ਜੰਮੂ ਕਸ਼ਮੀਰ ਦੇ ਖਿੱਤੇ 'ਚ ਪੰਜਾਬੀ ਸਭ ਤੋਂ ਵੱਡੀ ਭਾਸ਼ਾ ਸੀ, ਪਹਿਲੀ ਭਾਸ਼ਾ ਸੀ, ਕਸ਼ਮੀਰੀ ਨੰਬਰ 2 ਦੀ ਭਾਸ਼ਾ ਸੀ। ਪਰ ਜਦੋਂ 1952 ਦੇ ਵਿੱਚ ਦੂਸਰੀ ਜਨਗਣਨਾ 51 ਜਨਗਣਨਾ ਹੁੰਦੀ ਆ, ਉਸ ਸਮੇਂ ਤੱਕ ਕਿਉਂਕਿ ਪੰਜਾਬੀ ਵਸੋਂ ਦਾ ਬਹੁਤ ਵੱਡਾ ਹਿੱਸਾ 47 ਦੀ ਡਿਵੀਜ਼ਨ ਤੋਂ ਬਾਅਦ ਉੱਥੋਂ ਪਲਾਇਨ ਕਰ ਗਿਆ ਸੀ ਅਤੇ 1951 ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਬੋਲਣ ਵਾਲਿਆਂ ਦੀ ਗਿਣਤੀ ਦੇ ਲਿਹਾਜ਼ ਨਾਲ ਪੰਜਾਬੀ ਦੂਜੀ ਭਾਸ਼ਾ ਸੀ। ਔਰ ਜਦੋਂ ਕਸ਼ਮੀਰ ਦਾ, ਜੰਮੂ ਕਸ਼ਮੀਰ ਦਾ ਸੰਵਿਧਾਨ ਲਾਗੂ ਕੀਤਾ ਗਿਆ, ਉਹਦੇ 'ਚ 7 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ। ਨੰਬਰ 1 ਜੰਮੂ ਖਿੱਤੇ ਦੀ ਭਾਸ਼ਾ ਹੋਣ ਕਰਕੇ ਕਸ਼ਮੀਰੀ ਨੂੰ, ਪੰਜਾਬੀ ਨੂੰ, ਉਰਦੂ ਨੂੰ, ਡੋਗਰੀ ਨੂੰ ਅਤੇ ਕੁਝ ਜਿਹੜੀਆਂ ਉੱਥੋਂ ਦੀਆਂ ਖੇਤਰੀ ਭਾਸ਼ਾਵਾਂ ਸਨ, ਉਹਨਾਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ। 7 ਭਾਸ਼ਾਵਾਂ ਵਿੱਚੋਂ ਪੰਜਾਬੀ ਦੂਜੇ ਨੰਬਰ ਦੀ ਭਾਸ਼ਾ ਸੀ। ਅੱਜ ਉੱਥੇ ਕੀ ਹੋ ਰਿਹਾ ਕਿ ਅੱਜ ਨਵੇਂ ਜਿਹੜਾ ਭਾਸ਼ਾ ਨੀਤੀ ਦੇ ਤਹਿਤ ਉੱਥੋਂ ਦੀਆਂ 5 ਭਾਸ਼ਾਵਾਂ ਨੂੰ ਸਰਕਾਰੀ ਭਾਸ਼ਾਵਾਂ ਵਜੋਂ ਮਾਨਤਾ ਦਿੱਤੀ ਗਈ ਆ ਅਤੇ ਪੰਜਾਬੀ ਜਿਹੜੀ ਉਸ ਖਿੱਤੇ ਦੀ ਬਹੁਤ ਵੱਡੀ ਵਸੋਂ ਦੀ ਭਾਸ਼ਾ ਆ, ਬਹੁਤ ਵੱਡੀ ਪਾਪੂਲੇਸ਼ਨ ਦਾ ਬਹੁਤ ਵੱਡਾ ਹਿੱਸਾ ਹੈ ਜਿਹੜੇ ਅੱਜ ਪੰਜਾਬੀ ਬੋਲਦੇ ਆ, ਔਰ ਉਸ ਨੂੰ ਬਿਲਕੁਲ ਉਸ ਸੂਚੀ ਤੋਂ ਬਾਹਰ ਕਰ ਦਿੱਤਾ ਗਿਆ। ਔਰ ਕਮਾਲ ਦੀ ਗੱਲ ਇਹ ਆ ਕਿ ਡੋਗਰੀ ਜਿਹੜੀ ਪੰਜਾਬੀ ਦੀ ਹੀ ਇੱਕ ਉਪ ਭਾਸ਼ਾ ਆ, ਉਹਨੂੰ ਇੱਕ ਵੱਖਰੀ ਭਾਸ਼ਾ ਦੇ ਤੌਰ 'ਤੇ ਮਾਨਤਾ ਦਿੱਤੀ ਜਾ ਰਹੀ ਆ। ਦੋਸਤੋ, ਹਿੰਦੁਸਤਾਨ ਦੀ ਸਰਕਾਰ ਦੀ ਭਾਸ਼ਾਈ ਨੀਤੀ 1950 ਤੋਂ ਬਾਅਦ ਹੀ ਦੋਸ਼ਪੂਰਨ ਰਹੀ ਆ। ਉਹਦਾ ਇੱਕ ਪ੍ਰਮਾਣ ਇਹ ਆ ਕਿ ਡੋਗਰੀ ਬੋਲਣ ਵਾਲੇ 50 ਕੁ ਲੱਖ ਲੋਕਾਂ ਦੀ ਭਾਸ਼ਾ ਨੂੰ ਤਾਂ ਇਹਨਾਂ ਨੇ 8ਵੇਂ ਸ਼ਡਿਊਲ ਦੀ ਭਾਸ਼ਾ 'ਚ ਮਾਨਤਾ ਦੇ ਕੇ ਉਹਨੂੰ 22 ਭਾਸ਼ਾਵਾਂ 'ਚ, ਰਾਸ਼ਟਰੀ ਭਾਸ਼ਾਵਾਂ 'ਚ ਸ਼ਾਮਲ ਕਰ ਲਿਆ। ਪਰ ਅੱਜ ਤੱਕ 14 ਕਰੋੜ ਬੋਲੀ ਬੋਲਣ ਵਾਲੇ ਰਾਜਸਥਾਨੀਆਂ ਦੀ ਭਾਸ਼ਾ ਨੂੰ ਅਤੇ ਬਹੁਤ ਵੱਡੀ ਗਿਣਤੀ 'ਚ ਬੋਲੀ ਜਾਣ ਵਾਲੀ ਭੋਜਪੁਰੀ ਵਰਗੀਆਂ ਭਾਸ਼ਾਵਾਂ ਨੂੰ ਮਾਨਤਾ ਨਹੀਂ ਦਿੱਤੀ। ਸੋ ਇਹ ਕੋਈ ਅੱਜ ਦਾ ਵਰਤਾਰਾ ਨਹੀਂ। ਪਰ ਜਿਹੜੀ ਗੱਲ ਮੈਂ ਕੰਸਨਟਰੇਟ ਕਰਨਾ ਚਾਹੁੰਦਾ ਜੰਮੂ ਕਸ਼ਮੀਰ 'ਤੇ, ਕਿ ਅੱਜ ਉੱਥੇ ਜੇ ਪੰਜਾਬੀ ਭਾਸ਼ਾ ਨੂੰ ਸਰਕਾਰੀ ਮਾਨਤਾ ਪ੍ਰਾਪਤ ਭਾਸ਼ਾਵਾਂ ਦੇ ਵਿੱਚੋਂ ਹਟਾਇਆ ਜਾਂਦਾ ਆ, ਤਾਂ ਇਹਦਾ ਸਭ ਤੋਂ ਵੱਡਾ ਨੁਕਸਾਨ ਕੀ ਹੋਊਗਾ? ਅਸੀਂ ਉਹਨੂੰ ਫੋਰਸ ਹੀ ਕਰ ਰਹੇ ਹਾਂ, ਅਸੀਂ ਉਹਦੇ ਬਾਰੇ ਅੰਦਾਜ਼ੇ ਲਾ ਰਹੇ ਹਾਂ, ਲੱਖਣ ਲਾ ਰਹੇ ਹਾਂ, ਸਾਨੂੰ ਪਤਾ ਹੈ ਕਿ ਹੋਏਗਾ ਕੀ। ਇੱਕ ਪਾਸੇ ਨਵੀਂ ਸਿੱਖਿਆ ਨੀਤੀ ਵਿੱਚ ਸਰਕਾਰ ਲੋਕਾਂ ਦੀਆਂ ਅੱਖਾਂ ਪੂੰਝ ਰਹੀ ਹੈ ਇਹ ਕਹਿ ਕੇ ਕਿ ਹਰ ਖਿੱਤੇ ਦੇ ਲੋਕਾਂ ਨੂੰ ਉਹਨਾਂ ਦੀ ਮਾਦਰੀ ਜ਼ੁਬਾਨ ਦੇ ਵਿੱਚ ਪ੍ਰਾਇਮਰੀ ਐਜੂਕੇਸ਼ਨ ਦਿੱਤੀ ਜਾਏਗੀ। ਮੰਨ ਲਓ ਇਹਨਾਂ ਨੇ ਦੇਣੀ ਨਹੀਂ, ਸਾਨੂੰ ਪਤਾ ਆ, ਉਹਦੇ ਬਾਰੇ ਗੱਲ ਤਾਂ ਪ੍ਰੋਫੈਸਰ ਯੋਗਾ ਸਿੰਘ ਅਤੇ ਡਾਕਟਰ ਸਰਬਜੀਤ ਕਰਨਗੇ। ਇਹਨਾਂ ਨੇ ਇਹ ਸਿਰਫ ਅੱਖਾਂ ਪੂੰਝਣ ਨੂੰ ਇਹ ਮੱਦ ਪਾਈ ਆ ਨਵੀਂ ਸਿੱਖਿਆ ਨੀਤੀ 'ਚ ਕਿ ਮਾਦਰੀ ਜ਼ੁਬਾਨ ਦੇ ਵਿੱਚ ਪ੍ਰਾਇਮਰੀ ਸਿੱਖਿਆ ਦਿੱਤੀ ਜਾਏਗੀ। ਨਹੀਂ ਦੇਣੀ, ਸਾਨੂੰ ਪਤਾ ਆ, ਪਰ ਜੇ ਦੇਣ ਵੀ ਤਾਂ ਫਿਰ ਜੰਮੂ ਕਸ਼ਮੀਰ 'ਚ ਕੀ ਹੋਏਗਾ? ਡਾਕਟਰ ਸਾਹਿਬ, ਅੱਜ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਜਿਹੜਾ ਇੱਕ ਸਮਰਥਨ ਦਿੱਤਾ ਗਿਆ ਹੈ ਕਿ ਕਿਸਾਨ ਜਥੇਬੰਦੀਆਂ ਨੇ, ਭਾਵੇਂ ਉਹ ਖੇਤੀ ਆਰਡੀਨੈਂਸ ਹੋਵੇ, ਉਹਦੇ ਨਾਲ ਜਿਹੜਾ ਭਾਸ਼ਾ ਬਿੱਲ ਲੈ ਕੇ ਆਈ ਹੈ ਉਹਦੇ ਤੋਂ ਅਸੀਂ ਆਪਣਾ ਪੱਖ ਰੱਖਿਆ। ਦਰਅਸਲ ਜੇ ਆਪਾਂ ਸਿੱਖਿਆ ਨੀਤੀ ਦੀ ਗੱਲ ਕਰੀਏ, ਕਿਉਂਕਿ ਸਰਕਾਰ ਮੰਨ ਚੁੱਕੀ ਹੈ ਕਿ ਉਹ ਪਹਿਲਾਂ ਹੀ ਮੰਨ ਕੇ ਚੱਲ ਰਹੀ ਹੈ ਵੀ ਆਪਾਂ ਇਹ ਚੀਜ਼ਾਂ ਨੂੰ ਲਾਗੂ ਕਰਨਾ ਹੈ, ਸੋ ਇਹ ਸਿੱਖਿਆ ਨੀਤੀ ਨੂੰ ਕਿਵੇਂ ਦੇਖਦੇ ਹੋ? ਦੇਖੋ, ਸਿੱਖਿਆ ਨੀਤੀ ਇੱਕ ਤਾਂ ਸਪਸ਼ਟ ਰੂਪ 'ਚ ਬਾਜ਼ਾਰ ਦੇ ਨਾਲ ਅਤੇ ਕਾਰਪੋਰੇਟ ਦੇ ਨਾਲ ਜੁੜੀ ਆ, ਕਿਉਂਕਿ ਜਿਸ ਢੰਗ ਨਾਲ ਮੁੱਢਲੀ ਸਿੱਖਿਆ ਤੋਂ ਬਾਅਦ ਇਮੀਡੀਏਟਲੀ ਮਲਟੀ ਡਿਸਪਲਿਨਰੀ ਐਜੂਕੇਸ਼ਨ ਦੇ ਨਾਂ ਹੇਠ
ਕੰਮ ਕੀਤਾ ਜਾ ਰਿਹਾ ਉਹ ਤਕਨੀਕੀ ਸਿੱਖਿਆ ਦੇ ਨਾਲ ਵੱਧ ਜੁੜਿਆ ਹੈ, ਬਾਕੀ ਸਿੱਖਿਆ ਨਾਲ ਨਹੀਂ ਜੁੜਿਆ ਹੋਇਆ। ਇਸ ਕਰਕੇ ਇੱਕ ਤਾਂ ਮਸਲਾ ਤਕਨੀਕੀ ਸਿੱਖਿਆ ਰਾਹੀਂ ਤਕਨੀਕੀ ਜੀਵ ਪੈਦਾ ਕਰਨ ਦਾ, ਜਾਂ ਬਾਜ਼ਾਰ ਦੇ ਲਈ ਇੱਕ ਕੰਜ਼ਿਊਮਰ, ਇੱਕ ਉਪਭੋਗੀ ਪੈਦਾ ਕਰਨ ਦਾ, ਇਹ ਆ। ਇਹਦੇ ਨਾਲ ਹੀ ਜਿਹੜਾ ਭਾਸ਼ਾਵਾਂ ਦਾ ਮਸਲਾ ਉਹ ਬਿਲਕੁਲ ਸਰਕਾਰ ਨੇ ਖੂੰਜੇ ਲਾ ਦਿੱਤਾ। ਇਹ ਤਾਂ ਕਹੀ ਜਾ ਰਿਹਾ ਬਾਰ-ਬਾਰ ਕਿ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਆ ਉਹ ਮਾਤ ਭਾਸ਼ਾ ਵਿੱਚ ਦਿੱਤੀ ਜਾਏਗੀ, ਪਰ ਨਾਲ ਇਹ ਵੀ ਕਹੀ ਜਾ ਰਹੇ ਆ ਕਿ ਜੇ ਲੋੜ ਪਵੇ ਤਾਂ ਕੋਈ ਜ਼ਰੂਰੀ ਨਹੀਂ ਹੈ ਅਸੀਂ ਅੰਗਰੇਜ਼ੀ ਵੀ ਲਾਗੂ ਕਰ ਸਕਦੇ ਹਾਂ ਜਿੱਥੇ ਲੋਕ ਕਹਿਣ ਜਾਂ ਚਾਹਣ, ਜੇ ਸੰਭਵ ਹੋਵੇ ਤਾਂ। ਇਹ ਸਪਸ਼ਟ ਆ ਕਿ ਉਹ ਮਾਦਰੀ ਜ਼ਬਾਨ ਨੂੰ ਉਸ ਥਾਂ 'ਤੇ ਤਾਂ ਲਾਗੂ ਕਰ ਲੈਣਗੇ ਜਿੱਥੇ ਜਿੱਥੇ ਸਰਕਾਰੀ ਸਕੂਲ ਨੇ ਮਾੜੇ ਮੋਟੇ, ਤੇ ਜਿਹੜੇ ਪ੍ਰਾਈਵੇਟ ਸਕੂਲ ਆ ਉੱਥੇ ਮਾਦਰੀ ਜ਼ਬਾਨ ਦੇ ਵਿੱਚ ਐਜੂਕੇਸ਼ਨ ਦੇਣ ਦਾ ਉਹ ਕੋਈ ਉਸ ਤਰ੍ਹਾਂ ਦਾ ਪ੍ਰਬੰਧ ਨਹੀਂ ਕਰ ਰਹੇ। ਜਿਸ ਤਰ੍ਹਾਂ ਕਿਸਾਨ ਆਰਡੀਨੈਂਸ ਦੇ ਵਿੱਚ ਇਹ ਤਾਂ ਕਹਿ ਰਹੇ ਆ ਕਿ MSP ਆ ਜਿਹੜੀ ਸਰਕਾਰੀ ਮੰਡੀ 'ਚ ਤਾਂ ਮਿਲੇਗੀ, ਪਰ ਪ੍ਰਾਈਵੇਟ ਦੇ ਵਿੱਚ ਉਸ ਦੇ ਲਈ ਗਰੰਟੀ ਨਹੀਂ ਕਰ ਰਹੇ। ਉਸੇ ਤਰ੍ਹਾਂ ਜਿਹੜੀ ਭਾਸ਼ਾ ਉਹ ਪ੍ਰਾਈਵੇਟ ਸਕੂਲਾਂ 'ਚ ਉਹਦੀ ਕੋਈ ਗਰੰਟੀ ਨਹੀਂ, ਲੇਕਿਨ ਜਿਹੜੇ ਸਰਕਾਰੀ ਸਕੂਲ ਆ ਉਹਨਾਂ 'ਚ ਕਿਧਰੇ ਹੋ ਸਕਦਾ। ਪਰ ਇਹਦੇ ਨਾਲ ਹੀ ਇਹ ਵੀ ਉਹ ਕਹਿ ਰਹੇ ਆ ਕਿ ਜਿਹੜੀ ਸੰਸਕ੍ਰਿਤ ਭਾਸ਼ਾ ਉਸ ਨੂੰ ਅਸੀਂ 3 ਲੈਂਗੁਏਜ ਫਾਰਮੂਲੇ ਦਾ ਹਿੱਸਾ ਬਣਾਵਾਂਗੇ। ਜੇ ਉਹ ਬਣ ਜਾਂਦੀ ਆ ਤਾਂ ਅੰਗਰੇਜ਼ੀ, ਹਿੰਦੀ ਤੇ ਸੰਸਕ੍ਰਿਤ ਬਣੇਗੀ ਤਾਂ ਜਿਹੜੀ ਮਾਤਰ ਭਾਸ਼ਾ ਉਹ ਬਾਹਰ ਚਲੀ ਜਾਏਗੀ। ਜੇ ਮਾਤਰ ਭਾਸ਼ਾ ਨੂੰ ਵਿੱਚ ਕਰਨਗੇ, ਸੰਸਕ੍ਰਿਤ ਨੂੰ ਅੰਦਰ ਰੱਖਣਗੇ ਤਾਂ ਤੀਜੀ ਅੰਗਰੇਜ਼ੀ ਹੋ ਜਾਏਗੀ, ਫਿਰ ਹਿੰਦੀ ਉੱਡ ਜਾਏਗੀ। ਹਿੰਦੀ ਨੂੰ ਉਹ ਉਡਾ ਨਹੀਂ ਸਕਦੇ। ਜੇ ਇਹ ਕਹਿ ਲਈਏ ਕਿ ਮਾਦਰੀ ਜ਼ੁਬਾਨ ਹੋਵੇਗੀ, ਫਿਰ ਹਿੰਦੀ ਹੋਵੇਗੀ, ਫਿਰ ਸੰਸਕ੍ਰਿਤ ਹੋਵੇਗੀ, ਅੰਗਰੇਜ਼ੀ ਨੂੰ ਉਹ ਖਤਮ ਨਹੀਂ ਕਰ ਸਕਦੇ ਕਿਉਂਕਿ ਇਹ ਤੋਂ ਬਿਨਾਂ ਤਕਨੀਕੀ ਸਿੱਖਿਆ ਉਹ ਪੜ੍ਹਾ ਨਹੀਂ ਸਕਦੇ। ਸੋ ਸਪਸ਼ਟ ਹੈ ਇਹ ਕਿ ਜਿੱਥੇ ਵੀ ਕਿਤੇ ਹਮਲਾ ਹੋਏਗਾ ਉਹ ਹਮਲਾ ਮਾਦਰੀ ਜ਼ੁਬਾਨਾਂ ਉੱਤੇ ਹੋਏਗਾ, ਭਾਰਤੀ ਭਾਸ਼ਾਵਾਂ ਦੇ ਉੱਪਰ ਹੋਏਗਾ। ਕਹਿਣ ਦਾ ਮਤਲਬ ਹੈ ਕਿ ਸਿੱਖਿਆ ਨੀਤੀ ਹੈ ਜਿਹੜੀ ਅਸਲ ਦੇ ਵਿੱਚ ਮਾਤਰ ਭਾਸ਼ਾ ਨੂੰ ਮਾਰਨ ਵਾਲੀ ਨੀਤੀ ਹੈ। ਦੇਖੋ ਜਦੋਂ ਤੁਸੀਂ ਸਿੱਖਿਆ ਤਾਂ ਦੇਵਾਂਗੇ ਅਸੀਂ, ਪਰ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਭਾਸ਼ਾ 'ਚ ਦਈਏ। ਬਿਲਕੁਲ ਜੀ, ਉਹਨਾਂ ਨੇ ਸਿੱਖਿਆ ਨੂੰ ਅਸਲ 'ਚ ਗਿਆਨ ਦੇ ਨਾਲ, ਵਿਗਿਆਨ ਦੇ ਨਾਲ ਜੋੜਨ ਦੀ ਬਜਾਏ ਸਿੱਧਾ ਰੁਜ਼ਗਾਰ ਦੇ ਨਾਲ ਜੋੜ ਕੇ ਇਹ ਗੱਲ ਕਹਿ ਦਿੱਤੀ ਆ ਕਿ ਅਸੀਂ ਇਸ ਕਿਸਮ ਦਾ ਕੰਮ ਪੈਦਾ ਕਰਨਾ ਚਾਹੁੰਦੇ ਆ ਜਿਹੜਾ +2 ਕਰਨ ਤੋਂ ਬਾਅਦ ਸਿੱਧਾ ਮਲਟੀਟਾਸਕਿੰਗ ਵਰਕਰ ਹੋਵੇ। ਉਹਨਾਂ ਨੇ ਕੋਰੀਆ ਦੀ ਉਦਾਹਰਨ ਦਿੱਤੀ ਹੈ ਜਿੱਥੇ 92% +2 ਕਰਨ ਤੋਂ ਬਾਅਦ ਕੰਮੇ ਬਣੇ, 55% ਅਮਰੀਕਾ ਦੀ ਉਦਾਹਰਨ ਦਿੱਤੀ ਆ, ਹੋਰ ਜਰਮਨ ਦੀ ਉਦਾਹਰਨ ਦਿੱਤੀ ਆ, ਤੇ ਹਿੰਦੁਸਤਾਨ ਨੂੰ ਕਹਿ ਰਿਹਾ ਕਿ ਉਹ ਸਾਡੇ ਕੋਲੇ ਇਸ ਕਿਸਮ ਦੇ ਵਰਕਰ 5% ਨੇ। ਇਹ 5% ਨੂੰ 95% ਤੇ ਜਦੋਂ ਲਿਜਾਣਾ ਤਾਂ ਉਹ 8ਵੀਂ ਤੋਂ 12ਵੀਂ ਦੇ ਵਿੱਚ ਤਕਨੀਕੀ ਸਿੱਖਿਆ ਦੇਣ ਦੇ ਉੱਤੇ ਜ਼ੋਰ ਆ। ਜਦੋਂ ਤੁਸੀਂ ਤਕਨੀਕੀ ਸਿੱਖਿਆ ਦਿਓਗੇ ਉਦੋਂ ਭਾਸ਼ਾਵਾਂ ਆਪਣੇ ਆਪ ਬਾਹਰ ਹੋ ਜਾਣਗੀਆਂ ਤੇ ਅੰਗਰੇਜ਼ੀ ਆ ਜਿਹੜੀ ਉਹ ਕੇਂਦਰੀ ਜ਼ੁਬਾਨ ਬਣ ਜਾਏਗੀ। ਦੇਖੋ, ਕੇਂਦਰੀ ਪੰਜਾਬੀ ਲੇਖ ਸਭਾ ਵੱਲੋਂ ਅੱਜ 3 ਮੁੱਦਿਆਂ ਦੇ ਉੱਤੇ ਇਹ ਕਾਨਫਰੰਸ ਕੀਤੀ ਗਈ ਹੈ, ਪ੍ਰੈਸ ਕਾਨਫਰੰਸ। ਪਹਿਲਾ ਸੀਗਾ ਕਿ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਦਾ ਮੁੱਦਾ, ਦੂਸਰਾ ਸੀਗਾ ਸਿੱਖਿਆ ਨੀਤੀ ਵਿੱਚ ਪੰਜਾਬੀ ਭਾਸ਼ਾ ਦਾ ਮੁੱਦਾ, ਤੇ ਤੀਸਰਾ ਜਿਹੜੇ ਕਿਸਾਨ ਆਰਡੀਨੈਂਸ, ਜਿਹੜੇ ਕਿਸਾਨ ਬਿੱਲ ਪਾਸ ਹੋਏ ਨੇ, ਲੋਕ ਖੇਤੀ ਬਿੱਲ ਪਾਸ ਹੋਏ ਨੇ, ਉਹਨਾਂ ਨੂੰ ਲੈ ਕੇ ਅਸੀਂ ਇਹ ਫੈਸਲਾ ਕੀਤਾ ਕਿ ਕਿਸਾਨਾਂ ਦੇ ਹੱਕ 'ਚ ਅਸੀਂ ਡਟ ਕੇ ਖੜਾਂਗੇ। ਅਸੀਂ 25 ਤਰੀਕ ਦੇ ਬੰਦ ਵਿੱਚ ਵੀ ਸ਼ਾਮਲ ਹੋਵਾਂਗੇ। ਜੇ ਕਿਸਾਨ ਗ੍ਰਿਫਤਾਰੀਆਂ ਦੇਣਗੇ ਤਾਂ ਕੇਂਦਰੀ ਪੰਜਾਬੀ ਲੇਖ ਸਭਾ ਦੀ ਜਿਹੜੀ ਆ ਟੀਮ, ਕੇਂਦਰੀ ਟੀਮ, ਉਹ ਆਪਣਾ ਜੱਥਾ ਲੈ ਕੇ ਨਾਲ ਗ੍ਰਿਫਤਾਰੀਆਂ ਵੀ ਦੇਵੇਗੀ। ਜਿੱਥੇ ਤੱਕ ਭਾਸ਼ਾ ਦਾ ਸੰਬੰਧ ਆ, ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਬਹੁਤ ਵੱਡੀ ਗਿਣਤੀ ਆ। 1941 ਦੀ ਜਨਗਣਨਾ ਦੇ ਵਿੱਚ ਪੰਜਾਬੀ ਜੰਮੂ ਕਸ਼ਮੀਰ ਦੀ ਪਹਿਲੀ ਭਾਸ਼ਾ ਸੀ। 1951 ਦੇ ਵਿੱਚ ਕਿਉਂਕਿ ਦੇਸ਼ ਦੀ ਡਿਵੀਜ਼ਨ ਤੋਂ ਬਾਅਦ, ਵਿਭਾਜਨ ਤੋਂ ਬਾਅਦ ਬਹੁਤ ਸਾਰੇ ਲੋਕ ਪਾਕਿਸਤਾਨ ਚਲੇ ਗਏ, ਇਸ ਕਰਕੇ 1951 ਦੀ ਜਨਗਣਨਾ 'ਚ ਪੰਜਾਬੀ ਕਸ਼ਮੀਰ ਦੀ ਦੂਜੀ ਭਾਸ਼ਾ ਸੀ। ਸੋ ਅੱਜ ਵੀ ਜਿਹੜਾ ਜੰਮੂ ਖਿੱਤਾ ਆ ਉਹ ਸਾਰਾ ਪੰਜਾਬੀ ਭਾਸ਼ਾ ਖਿੱਤਾ ਆ, ਪੰਜਾਬੀ ਭਾਸ਼ੀ ਲੋਕ ਨੇ ਉੱਥੇ। ਸੋ ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਹੁਣ ਤੱਕ ਪੰਜਾਬੀ ਭਾਸ਼ਾ ਉੱਥੋਂ ਦੀਆਂ 7 ਮਾਨਤਾ ਪ੍ਰਾਪਤ ਸਰਕਾਰੀ ਭਾਸ਼ਾਵਾਂ ਵਿੱਚੋਂ ਦੂਜੀ ਭਾਸ਼ਾ ਸੀ। ਅੱਜ ਸਰਕਾਰ ਨੇ ਬੜੀ ਸਾਜ਼ਿਸ਼ ਨਾਲ ਪੰਜਾਬੀ ਭਾਸ਼ਾ ਨੂੰ ਉੱਥੋਂ ਦੀਆਂ ਮਾਨਤਾ ਪ੍ਰਾਪਤ ਭਾਸ਼ਾਵਾਂ ਵਿੱਚੋਂ ਕੱਢ ਦਿੱਤਾ, ਸਿਰਫ 5 ਭਾਸ਼ਾਵਾਂ ਰੱਖੀਆਂ ਨੇ। ਸੋ ਕਸ਼ਮੀਰ ਦਾ ਇਹ ਖਿੱਤਾ, ਜੰਮੂ ਖਿੱਤਾ, ਇਹ ਵੱਡੀ ਵਸੋਂ ਜਿਹੜੀ ਆ ਪੰਜਾਬੀ ਬੋਲਣ ਵਾਲੀ ਆ। ਇਹਨਾਂ ਦੀਆਂ ਪੰਜਾਬੀਆਂ ਨਾਲ ਸੱਭਿਆਚਾਰਕ ਸਾਂਝਾਂ ਨੇ, ਪੰਜਾਬ ਨਾਲ ਜੰਮੂ ਖਿੱਤੇ ਦੀਆਂ ਵਪਾਰਕ ਸਾਂਝਾਂ ਨੇ। ਇਸ ਕਰਕੇ ਇਸ ਖਿੱਤੇ 'ਚ ਪੰਜਾਬੀ ਭਾਸ਼ਾ ਨੂੰ ਲਾਗੂ ਨਾ ਕਰਨਾ ਪੰਜਾਬੀ ਭਾਸ਼ਾ ਦੇ ਸੰਵਿਧਾਨਕ ਹੱਕਾਂ 'ਤੇ ਡਾਕਾ ਮਾਰਨ ਵਾਲੀ ਗੱਲ ਆ। ਤੁਸੀਂ ਕਿਹਾ ਵੀ ਤੁਹਾਡੇ ਵੱਲੋਂ ਮੰਗ ਪੱਤਰ ਸੌਂਪਿਆ ਜਾਊਗਾ, ਚਿੱਠੀ ਪੱਤਰ ਲਿਖਿਆ ਜਾਊਗਾ, ਪਰ ਲੱਗਦਾ ਨਹੀਂ ਜਿਹੜੀਆਂ ਅੱਜ ਦੀਆਂ ਸਰਕਾਰਾਂ ਨੇ ਉਹ ਚਿੱਠੀ ਪੱਤਰ ਤੱਕ ਸੀਮਿਤ ਨੇ, ਕਿਉਂਕਿ ਹੋਰ ਸਿਆਸੀ ਧਿਰਾਂ ਵੀ ਇਹ ਜੋ ਕੁਝ ਕਰ ਰਹੀਆਂ ਨੇ। ਤਾਂ ਇਹ ਤੋਂ ਬਿਨਾਂ ਹੋਰ ਕੀ ਕਦਮ ਹੈ? ਹੋਰ ਸਾਡੇ ਕੋਲ ਇੱਕੋ ਹੀ ਤਰੀਕਾ ਹੈਗਾ ਕਿ ਜਦੋਂ ਕਰੋਨਾ ਖੁੱਲ੍ਹ ਜਾਏਗਾ, ਲੋਕਡਾਊਨ ਖੁੱਲ੍ਹ ਜਾਏਗਾ, ਫਿਰ ਅਸੀਂ ਧਰਨੇ ਮੁਜ਼ਾਹਰੇ ਕਰਾਂਗੇ, ਗ੍ਰਿਫਤਾਰੀਆਂ ਦੇਵਾਂਗੇ। ਇਹ 3 ਸਾਡੇ ਪਹਿਲਾਂ ਅਸੀਂ ਸ਼ੁਰੂ ਕਰਾਂਗੇ ਚਿੱਠੀ ਪੱਤਰ ਤੋਂ, ਫਿਰ ਨਹੀਂ ਗੱਲ ਸੁਣਾਈ ਦੇਣਗੇ।
ਤਾਂ ਅਸੀਂ ਸੰਕੇਤਕ ਧਰਨੇ ਦੇਵਾਂਗੇ, ਮੁਜ਼ਾਹਰੇ ਕਰਾਂਗੇ ਔਰ ਉਸ ਤੋਂ ਬਾਅਦ ਲੋੜ ਵੀ ਤਾਂ ਅਸੀਂ ਗ੍ਰਿਫਤਾਰੀਆਂ ਵੀ ਦੇਵਾਂਗੇ। ਤੇ ਇੱਕ ਨਾ ਇੱਕ ਜਿਵੇਂ ਕਹਿ ਦੀ ਇੱਕ ਪ੍ਰੋਪੋਗੈਂਡਾ ਹੁੰਦਾ, ਕਿਉਂਕਿ ਗੱਲ ਆਵਾਜ਼ ਜਿਹੜੀ ਉਹ ਇਕੱਲੇ ਪੰਜਾਬ 'ਚ ਉੱਠ ਰਹੀ ਹੈ, ਕਿਉਂਕਿ ਪੰਜਾਬੀ ਬੋਲੀ ਇੱਥੇ ਦੀ ਹੈ। ਪਰ ਦੂਜੇ ਪਾਸੇ ਜਿਹੜੀ ਕੇਂਦਰ ਸਰਕਾਰ ਹੈ ਉਹ ਟੀਵੀ ਚੈਨਲਾਂ ਦੇ ਮਾਧਿਅਮ ਰਾਹੀਂ ਵੱਡੇ ਵੱਡੇ ਬੁਲਾਰਿਆਂ ਦੇ ਰਾਹੀਂ ਇਹ ਕਹਿ ਰਹੀ ਹੈ ਕਿ ਦੇਖੋ ਜੀ ਇੱਥੇ ਤਾਂ ਬੋਲੀ ਨਹੀਂ ਜਾਂਦੀ, ਤਾਂ ਉਹ ਅੰਕੜੇ ਪੇਸ਼ ਕਰਦੇ ਨੇ, ਅੰਕੜੇ ਪੇਸ਼ ਕਰਕੇ ਬਾਕੀ ਵੋਟਾਂ ਨੂੰ ਆਪਣੇ ਤਰਫ ਕਰ ਲੈਂਦੇ ਨੇ ਕਿ ਇੱਦਾਂ ਤਾਂ ਇਹ ਤਾਂ ਜੀ ਉਹੀ ਆਵਾਜ਼ ਚੱਕ ਰਹੇ ਨੇ। ਕਿਸਮ ਦੇ ਗਵਰਨਮੈਂਟ ਨੇ ਕੋਈ ਪੇਸ਼ ਨਹੀਂ ਕੀਤੇ, ਕਿਉਂਕਿ ਜਿਹੜਾ ਜੰਮੂ ਖਿੱਤਾ ਤਾਂ ਹੈ ਹੀ ਪੰਜਾਬੀ ਬੋਲ ਖਿੱਤਾ। ਜੰਮੂ ਦੇ ਵਿੱਚ ਤਾਂ ਸਪਸ਼ਟ ਆ ਕਿ ਜੰਮੂ ਦੇ ਲੋਕ ਤਾਂ ਪੰਜਾਬੀ ਬੋਲਦੇ ਨੇ, ਜਾਂ ਜਿਹੜੀਆਂ ਜੰਮੂ ਦੀਆਂ ਸਥਾਨਕ ਭਾਸ਼ਾਵਾਂ ਨੇ ਉਹ ਪੰਜਾਬੀ ਦੀਆਂ ਭਾਸ਼ਾਵਾਂ ਨੇ, ਚਾਹੇ ਡੋਗਰੀ ਹੋਵੇ, ਚਾਹੇ ਉਹ ਗੋਜਰੀ ਹੋਵੇ, ਚਾਹੇ ਉਹ ਪਹਾੜੀ ਹੋਵੇ, ਇਹ ਪੰਜਾਬੀ ਦੀਆਂ ਭਾਸ਼ਾਵਾਂ ਨੇ। ਪਰ ਹੁਣ ਲੱਗਦਾ ਨਹੀਂ ਵੀ ਉਹਦੀ ਲਿਪੀ ਨੂੰ ਦੇਵਨਾਗਰੀ ਕਰਕੇ ਇੱਕ ਤਰੀਕੇ ਨਾਲ ਜੰਮੀ ਉਹ ਡੋਗਰੀ ਨੂੰ ਇਹਨਾਂ ਨੇ ਬੜੀ ਸਾਜ਼ਿਸ਼ ਦੇ ਤਹਿਤ 22 ਮਾਨਤਾ ਪ੍ਰਾਪਤ ਭਾਸ਼ਾਵਾਂ ਦੇ ਵਿੱਚ ਰੱਖਿਆ, ਜਦੋਂ ਕਿ ਡੋਗਰੀ ਬੋਲਣ ਵਾਲਿਆਂ ਦੀ ਗਿਣਤੀ 50 ਲੱਖ ਵੀ ਨਹੀਂ। ਦੂਜੇ ਪਾਸੇ ਸਾਡੇ ਹਿੰਦੁਸਤਾਨ ਦੀਆਂ ਐਸੀਆਂ ਭਾਸ਼ਾਈ ਗਿਣਤੀਆਂ ਨੇ, ਰਾਜਸਥਾਨੀਆਂ 14 ਕਰੋੜ ਲੋਕ ਬੋਲਦੇ ਨੇ, ਉਹਨਾਂ ਨੂੰ ਸਰਕਾਰ ਕਿਉਂ ਨਹੀਂ ਮਾਨਤਾ ਦਿੰਦੀ? ਭੋਜਪੁਰੀ ਦਾ ਕਿੱਡਾ ਵੱਡਾ ਖਿੱਤਾ ਆ, ਕਿੰਨੇ ਕਰੋੜਾਂ ਲੋਕ ਜਿਹੜੇ ਭੋਜਪੁਰੀ ਬੋਲਦੇ ਨੇ, ਸਰਕਾਰ ਉਹਨੂੰ ਕਿਉਂ ਨਹੀਂ ਮਾਨਤਾ ਦੇ ਰਹੀ? ਅੱਜ ਰੌਲੇ ਪੈ ਰਹੇ ਨੇ, ਅੱਜ ਦੱਖਣ ਸਾਰੇ ਦਾ ਸਾਰਾ ਦੱਖਣ ਹਿੰਦੀ ਦਾ ਵਿਰੋਧ ਕਿਉਂ ਕਰ ਰਿਹਾ? ਕਿਉਂਕਿ ਸਰਕਾਰ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦੀ ਆ ਜਾਂ ਸੰਸਕ੍ਰਿਤ ਨੂੰ ਲਾਗੂ ਕਰਨਾ ਚਾਹੁੰਦੀ ਆ। ਸੰਸਕ੍ਰਿਤ ਅੱਜ ਕਿਸੇ ਵੀ ਖਿੱਤੇ ਦੀ ਮਾਤ ਭਾਸ਼ਾ ਨਹੀਂ, ਔਰ ਬੋਲਣ ਵਾਲਿਆਂ ਦੀ ਗਿਣਤੀ ਬਹੁਤ ਥੋੜ੍ਹੀ ਆ, 2 ਲੱਖ ਤੋਂ ਵੱਧ ਸੰਸਕ੍ਰਿਤ ਬੋਲਣ ਵਾਲੇ ਲੋਕ ਨਹੀਂ ਹੋਣੇ। ਪਰ ਅੱਜ ਸੰਸਕ੍ਰਿਤ ਨੂੰ ਇਹ ਮਾਨਤਾ ਦੇ ਕੇ ਸੰਸਕ੍ਰਿਤ ਨੂੰ ਲਾਗੂ ਕਰਾਉਣਾ ਚਾਹੁੰਦੇ ਆ, ਜਦੋਂ ਕਿ ਲੋਕਾਂ ਦੀਆਂ ਸਥਾਨਕ ਭਾਸ਼ਾਵਾਂ ਨੂੰ ਇਗਨੋਰ ਕਰ ਰਹੇ ਨੇ ਜੀ। 25 ਤਰੀਕ ਨੂੰ ਜਿਹੜਾ ਹੁਣ ਕਿਸਾਨਾਂ ਦੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਉਹਦੇ ਵਿੱਚ ਤੁਹਾਡਾ ਹੁਣ ਕੀ ਇਕੱਲਾ ਕੇਂਦਰੀ ਪੰਜਾਬ ਲੇਖਕ ਜਥੇਬੰਦੀਆਂ ਪੂਰੇ ਪੰਜਾਬ ਪਰ ਉਹਦੇ 'ਚ ਪੰਜਾਬ ਦੇ ਵਿੱਚ ਥਾਂ ਤੇ ਅਸੀਂ ਬੰਦ ਦੇ ਵਿੱਚ ਸ਼ਾਮਲ ਹੋਵਾਂਗੇ। ਪ੍ਰੋਫੈਸਰ ਸਾਹਿਬ, ਅੱਜ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਵੀ ਜਿਹੜਾ ਉਹ ਕਿਸਾਨਾਂ ਨੂੰ ਵੀ ਸਮਰਥਨ ਦਿੱਤਾ ਗਿਆ, ਉਹਦੇ ਨਾਲ ਜਿਹੜਾ ਪੰਜਾਬੀ ਭਾਸ਼ਾ ਉੱਤੇ ਹਮਲਾ ਕੀਤਾ ਜਾ ਰਿਹਾ, ਕਿਉਂਕਿ ਬੀਤੀ ਕੱਲ੍ਹ ਜਿਹੜੇ ਲੋਕ ਸਭਾ ਦੇ ਵਿੱਚ ਇਹਨਾਂ ਨੇ ਬਿੱਲ ਪਾਸ ਕਰਤਾ ਕਿ ਪੰਜਾਬੀ ਹੁਣ ਜੰਮੂ ਕਸ਼ਮੀਰ ਤੋਂ ਬਾਹਰ ਆ। ਤਾਂ ਇਹਦੇ ਤੁਹਾਡਾ ਕੀ ਪ੍ਰਤੀਕਰਮ ਹੈ? ਕਿਉਂਕਿ ਲੋਕ ਸਭਾ 'ਚ ਹੋ ਗਿਆ, ਹੁਣ ਰਾਜ ਸਭਾ ਫਿਰ ਰਾਸ਼ਟਰਪਤੀ ਦੇ ਸਹਿਨ। ਉੱਥੇ ਉਹਨਾਂ ਨੇ ਹੋਰ ਕਈ ਭਾਸ਼ਾ ਵੀ ਬਾਹਰ ਰੱਖੀਆਂ। ਮੇਰਾ ਖਿਆਲ ਪੰਜਾਬੀਆਂ ਨੂੰ ਉਹਨਾਂ ਸਾਰੀਆਂ ਭਾਸ਼ਾਵਾਂ ਦੇ ਨਾਲ ਜਿਹੜੀਆਂ ਬਾਹਰ ਰੱਖੀਆਂ, ਜਿਹੜੀਆਂ ਕਸ਼ਮੀਰੀ ਦੀਆਂ ਭਾਸ਼ਾ, ਜਿਸ ਤਰ੍ਹਾਂ ਲੱਦਾਖੀ ਹੈਗੀ, ਇਸੇ ਤਰੀਕੇ ਨਾਲ ਪੁੰਛੀ ਹੈਗੀ, ਪਹਾੜੀ ਹੈਗੀ, ਪੰਜਾਬੀ ਹੈਗੀ, ਇਹ ਸਾਰੀਆਂ ਬਾਹਰ ਰੱਖੀਆਂ। ਇਹ ਸਾਰੀਆਂ ਭਾਸ਼ਾਵਾਂ ਨੂੰ ਜਿਨ੍ਹਾਂ ਨੂੰ ਬਾਹਰ ਰੱਖਿਆ ਗਿਆ, ਨਾਲ ਰਲ ਕੇ ਲੜਾਈ ਉੱਥੇ ਵਿੱਢਣੀ ਚਾਹੀਦੀ ਆ। ਪਰ ਮੈਂ ਜਿਹੜੀ ਸਰਕਾਰ ਆ ਉਹਦੀ ਹਿਪੋਕ੍ਰੇਸੀ ਦੀ ਮੈਂ ਹੱਦ ਦੱਸ ਦਿੰਦਾ। ਜਿਉਂ ਹੀ ਇੱਥੇ ਦੇ ਕਿਸਾਨ ਜਿਹੜੇ ਧੱਕਾ ਮਾਰਦੇ ਆ ਮੋਦੀ ਜੀ ਨੂੰ, ਤੇ ਮੋਦੀ ਜੀ ਨੂੰ ਹੋਸ਼ ਆਉਂਦੀ ਆ ਵੀ ਓਹ ਮੈਂ ਤੇ ਪੰਜਾਬ ਨੂੰ ਟਵੀਟ ਕਰਨਾ, ਤੇ ਇਸ ਕਰਕੇ ਪੰਜਾਬੀ 'ਚ ਟਵੀਟ ਕਰਾਂ, ਤੇ ਉੱਥੇ ਜਿਹੜੀ ਆ ਪੰਜਾਬੀ ਜਿਹੜੀ ਆ ਉਹਦਾ ਜਾਣੀ ਘਾਣ ਕਰਨ ਲੱਗੇ ਹੋਏ ਆ, ਪੰਜਾਬੀ ਨੂੰ ਬਾਹਰ ਕੱਢਣ ਲੱਗੇ ਆ। ਕਿਹਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ? ਪੰਜਾਬੀ ਭਾਸ਼ਾ ਨੂੰ ਚਾਰੇ ਪਾਸਿਓਂ ਪੰਜਾਬ ਦੇ ਜਿੱਥੇ ਖਤਮ ਕਰਕੇ ਉਹਨੂੰ ਪੰਜਾਬ ਤੱਕ ਸੀਮਿਤ ਕਰਨਾ ਚਾਹੁੰਦੇ ਆ। ਇਹ ਕਦੀ ਨਾ ਕਦੀ ਸਿੱਖੀ ਮਰੀ, ਨਾ ਕਦੀ ਪੰਜਾਬੀ ਮਰ ਸਕਦੀ, ਨਾ ਪੰਜਾਬੀਅਤ ਖਤਮ ਹੋ ਸਕਦੀ ਹੈ, ਕਿਉਂਕਿ ਇਹ ਕੋਈ ਧਰਮ ਦੀ ਭਾਸ਼ਾ ਨਹੀਂ ਹੈਗੀ। ਇਹ ਸਮੁੱਚੇ ਪੰਜਾਬੀ ਸੱਭਿਆਚਾਰ, ਇਤਿਹਾਸ, ਉਸ ਨੂੰ ਅੱਗੇ ਤੋਰਨ ਲਈ ਉਹਨਾਂ ਦੀ ਬੁਲੰਦੀ ਦੀ ਇੱਕ ਭਾਸ਼ਾ ਹੈਗੀ, ਜਿਹਨੂੰ ਤੁਸੀਂ ਕਿਵੇਂ ਕਾਨਸਟੀਟਿਊਸ਼ਨ ਤੋਂ ਬਾਹਰ ਕਰਕੇ ਜਾਂ ਉਹਨੂੰ ਭਾਸ਼ਾ ਨਾ ਬਣਾ ਕੇ, ਆਪਣੀ ਉੱਥੇ ਦੀ ਲੋਕਲ ਭਾਸ਼ਾ ਨਾ ਉਹਨੂੰ ਰੈਕਗਨਾਈਜ਼ ਕਰਕੇ, ਕਿਵੇਂ ਉਹਨੂੰ ਤੁਸੀਂ ਕਮਜ਼ੋਰ ਕਰ ਸਕਦੇ? ਉਹ ਤਾਂ ਇਹ ਕਹਿੰਦੇ ਨੇ ਵੀ ਦੇਖੋ ਬੋਲੀ ਨਹੀਂ ਜਾਂਦੀ। ਲੋਕ ਸਭਾ ਦੇ ਵਿੱਚ ਬਕਾਇਦਾ ਰਿਕਾਰਡ ਹੁੰਦਾ ਕਿ ਜੀ 52% ਕਸ਼ਮੀਰੀ ਬੋਲਦੇ ਨੇ, ਬਾਕੀ % ਐਨੇ ਬੋਲਦੇ ਨੇ, ਉਰਦੂ 0.16% ਆ, ਪੰਜਾਬੀ ਤਾਂ ਕਹਿੰਦੇ ਕੋਈ ਬੋਲਦਾ ਹੀ ਨਹੀਂ। ਘੱਟ ਬੋਲਣ ਦਾ ਨੂੰ ਰਿਕੋਗਨਾਈਜ਼ ਕਰਨ 'ਚ ਕੀ ਹੈ? ਜਿੱਥੇ ਵੀ ਜ਼ਿਆਦਾ ਉਹਨਾਂ ਦੀ ਕੰਸਨਟ੍ਰੇਸ਼ਨ ਹੋਊਗੀ ਨਾ, ਜਿਸ ਮਹੱਲਿਆਂ 'ਚ ਸਾਰਿਆਂ 'ਚ ਯੂਨੀਫਾਰਮ ਨਹੀਂ ਹੋਊਗੀ, ਪਰ ਜਿੱਥੇ ਹੋਊਗੀ ਉੱਥੇ ਤੁਸੀਂ ਟੀਚਰ ਦੇ ਸਕਦੇ ਆ। ਜੇ ਤੁਸੀਂ ਕਿਸੇ ਦੀ ਹੋਂਦ ਨੂੰ ਰਿਕੋਗਨਾਈਜ਼ ਹੀ ਨਹੀਂ ਕਰ ਰਹੇ ਵੀ ਉਹ ਐਗਜ਼ਿਸਟ ਕਰਦਾ, ਫਿਰ ਤਾਂ ਖਤਮ ਹੀ ਹੋ ਜੂ। ਇਸ ਲਈ ਸਾਡਾ ਸੰਵਿਧਾਨ ਉਹਦੇ 'ਚ ਖਾਸ ਕਿਸਮ ਦੀਆਂ ਘੱਟ ਗਿਣਤੀਆਂ ਨੂੰ ਪ੍ਰੋਟੈਕਸ਼ਨ ਕਿਉਂ ਦਿੱਤੀ? ਕਿ ਕੱਲ੍ਹ ਨੂੰ ਇਹੋ ਹੀ ਮਸਲੇ ਆਉਣੇ ਆ ਵੀ ਜਿਹੜੇ ਥੋੜ੍ਹੇ ਉਹਨਾਂ ਨੂੰ ਛੱਡੋ ਜੀ, 2% ਸਿੱਖ ਆ, ਕੀ ਕਰਨਾ ਆ, ਇੱਥੇ 80% ਹਿੰਦੂ ਆ, ਹਿੰਦੁਸਤਾਨ ਕਰੋ। ਮਤਲਬ ਉਸ ਕਿਸਮ ਦੀਆਂ ਚੀਜ਼ਾਂ ਨੂੰ ਵਾਰਡ ਆਫ ਕਰਨ ਲਈ, ਉਹਨਾਂ ਨੂੰ ਬਾਹਰ ਰੱਖਣ ਲਈ, ਉਹਨਾਂ ਤੋਂ ਜਿਹੜੀ ਮੈਜੋਰਿਟੀ ਆ, ਘੱਟ ਗਿਣਤੀਆਂ ਨੂੰ ਉਹਦੇ ਤੋਂ ਥੋੜ੍ਹਾ ਜਿਹਾ ਇਨਸੂਲੇਟ ਰੱਖਣ ਲਈ, ਹੈ ਨਾ, ਅਲੱਗ ਰੱਖਣ ਲਈ, ਕਿ ਉਹਨਾਂ ਦੇ ਪ੍ਰਭਾਵੀ ਨਾ ਹੋਣ। ਇਹ ਸਾਰਾ ਕੁਝ ਸੰਵਿਧਾਨ ਦੇ ਵਿੱਚ ਕੀਤਾ ਗਿਆ ਸੀ। ਇਹ ਹੁਣ ਇਹਨਾਂ ਦਾ ਜਾਣੀ ਕੁਝ ਦਿਮਾਗ ਫਿਰਿਆ ਹੋਇਆ। ਅੱਜ ਹਾਲਤ ਇਹ ਆ ਕਿ ਆਪਣੀ ਹੀ RSS ਦੇ ਬੰਦੇ ਜਿਹੜੇ BMS ਆ, ਉਹਨੇ ਅੱਜ ਐਲਾਨ ਕਰ ਦਿੱਤਾ ਕਿ ਜੋ ਸੰਵਿਧਾਨ ਇੱਥੇ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਮਜ਼ਦੂਰਾਂ ਦੇ ਵਿਰੁੱਧ ਕਾਨੂੰਨ ਪਾਸ ਕੀਤੇ ਜਾ ਰਹੇ ਆ, ਅਸੀਂ ਝੰਡਾ ਚੁੱਕਦੇ ਹਾਂ। ਇਹ ਚੱਲਣ ਵਾਲਾ ਕੰਮ ਨਹੀਂ। ਇਹ ਸਿੱਧਾ ਨੰਗੇ ਚਿੱਟੇ ਰੂਪ ਦੇ ਵਿੱਚ ਜੋ ਕੁਝ ਹੋ ਰਿਹਾ ਅੱਜ, ਭਾਵੇਂ ਉਹ ਭਾਸ਼ਾ ਦਾ ਮਾਮਲਾ, ਭਾਵੇਂ ਕਿਸਾਨੀ ਦਾ ਮਾਮਲਾ, ਭਾਵੇਂ ਮਜ਼ਦੂਰਾਂ ਦਾ ਮਾਮਲਾ, ਐਵੇਂ ਲੱਗਦਾ ਕਿ ਇਹ ਕਿਤੇ ਵਿਦੇਸ਼ੋਂ ਆਏ ਹੋਣ ਤੇ ਅਸੀਂ ਇੱਥੇ ਲੋਕਲ ਹੋਈਏ ਤੇ ਸਾਡੇ ਤੇ ਹਮਲਾ ਕਰਨਾ। ਤੁਸੀਂ ਆਪਣੇ ਲੋਕਾਂ ਦੀ ਇਹੋ ਜਿਹਾ ਕਿਹੋ ਜਿਹੀ ਦੇਸ਼ ਭਗਤੀ ਹੈ? ਇਹਨਾਂ ਲੋਕਾਂ ਦੇ ਉੱਤੇ ਦੇਸ਼ ਧਰੋਹੀ ਦਾ ਮੁਕੱਦਮਾ ਜਿੰਨਾ ਛੇਤੀ ਚੱਲੇ ਉਨਾ ਹੀ ਦੇਸ਼ ਬਚੂਗਾ। ਇਹ ਤਾਂ ਆਪਣੇ ਆਪ 'ਚ ਬਹੁਤ ਹੀ ਵੈਸੇ ਜ਼ੁਲਮ ਵਾਲੀ ਗੱਲ ਹੈ
ਕਿ ਜਿਨ੍ਹਾਂ ਭਾਸ਼ਾਵਾਂ ਦੀ ਗਿਣਤੀ ਘੱਟ ਹੈ, ਜਿਹੜੀਆਂ ਖਤਰੇ ਥੱਲੇ ਨੇ, ਜਿਹੜੀਆਂ ਮਰ ਰਹੀਆਂ ਨੇ, ਉਹਨਾਂ ਦਾ ਜ਼ਿਆਦਾ ਧਿਆਨ ਕਰਨਾ ਬਣਦਾ ਹੈ। ਹੋ ਉਲਟਾ ਰਿਹਾ ਹੈ ਕਿ ਜਿਹੜੀਆਂ ਪਹਿਲਾਂ ਹੀ ਇੰਨੀ ਵੱਡੀ ਗਿਣਤੀ 'ਚ ਨੇ, ਜਿਨ੍ਹਾਂ ਦੀ ਰਾਜਕਾਜ 'ਚ ਥਾਂ ਵੀ ਕੁਝ ਨਾ ਕੁਝ ਹੈ ਵੇ, ਉਹਨਾਂ ਨੂੰ ਜ਼ਿਆਦਾ ਥਾਂ ਦਿੱਤੀ ਜਾ ਰਹੀ ਹੈ। ਤਾਂ ਤੁਸੀਂ ਵੇਖੋ ਕਿ ਹਾਲੈਂਡ ਵਰਗੇ 40 ਲੱਖ ਦੀ ਆਬਾਦੀ ਹੈ ਮੇਰੇ ਖਿਆਲ ਹਾਲੈਂਡ ਦੀ, ਉਹ ਸਾਰੀ ਆਪਣੀ ਸਿੱਖਿਆ ਥੱਲੇ ਤੋਂ ਲੈ ਕੇ ਉੱਪਰ ਤੱਕ ਯੂਨੀਵਰਸਿਟੀ ਤੱਕ ਸਾਰਾ ਕੰਮਕਾਜ ਆਪਣੀਆਂ ਭਾਸ਼ਾਵਾਂ 'ਚ ਕਰਦੇ ਨੇ। ਉਹ ਬੈਲਜੀਅਮ ਵਰਗੇ ਮੁਲਕ ਇੱਕ ਮੁਲਕ 4-4 ਭਾਸ਼ਾਵਾਂ ਪੜ੍ਹਾਈ ਹੁੰਦੀ ਹੈ। ਹੋਰ ਤਾਂ ਹੋਰ ਯੂਗਾਂਡਾ ਵਰਗਾ ਅਫਰੀਕਾ ਦਾ ਜਿਹੜਾ ਥੋੜ੍ਹਾ ਗਰੀਬ ਜਿਹਾ ਮੁਲਕ ਹੈ, ਉਹ 52 ਭਾਸ਼ਾਵਾਂ ਦੇ ਵਿੱਚ ਪੜ੍ਹਾ ਰਿਹਾ ਹੈ। ਇਸ ਕਰਕੇ ਭਾਵੇਂ ਕਿਸੇ ਭਾਸ਼ਾ ਨੂੰ ਬੋਲਣ ਵਾਲੇ 100 ਵੀ ਨੇ, ਕਿ ਅਸੀਂ 100 ਬੱਚੇ ਵਾਸਤੇ ਤੀਜੀ ਚੌਥੀ ਪੰਜਵੀਂ ਤੱਕ ਉਸ ਭਾਸ਼ਾ ਦੇ ਅੰਦਰ ਅਸੀਂ ਕਾਇਦੇ ਨਹੀਂ ਬਣਾ ਸਕਦੇ, ਛੋਟੀਆਂ ਕਿਤਾਬਾਂ ਨਹੀਂ ਬਣਾ ਸਕਦੇ। ਇਹ ਤਾਂ ਆਪਣੇ ਆਪ ਹੀ ਆਪਣੀ ਨਲਾਇਕੀ ਨੂੰ ਤਸਲੀਮ ਕਰ ਲੈਣਾ ਹੈ ਵੀ ਅਸੀਂ ਬੜੇ ਨਲਾਇਕ ਹਾਂ ਤੇ ਅਸੀਂ ਆਪਣੇ ਬੱਚਿਆਂ ਨੂੰ ਛੋਟੀਆਂ ਜਮਾਤਾਂ ਦੇ ਕਾਇਦੇ ਵੀ ਨਹੀਂ ਅਸੀਂ ਉਹਨਾਂ ਦੀਆਂ ਭਾਸ਼ਾਵਾਂ 'ਚ ਬਣਾ ਕੇ ਦੇ ਸਕਦੇ। ਜੀ ਗੱਲ ਇਹ ਆ, ਉਹ ਕਹਿੰਦੇ ਵੀ ਜਿਹੜੀ ਅੱਜ ਦੀ ਅਮੀਰ ਭਾਸ਼ਾ ਉਹ ਇੱਕ ਤਰੀਕੇ ਦਾ ਅੰਗਰੇਜ਼ੀ ਆ। ਸਾਰਾ ਕੁਝ ਇੰਟਰਨੈਟ ਆ, ਜੋ ਵੀ ਕਿਤਾਬਾਂ ਨੇ ਸਾਰੀਆਂ ਅੰਗਰੇਜ਼ੀ 'ਚ ਨੇ। ਤਾਂ ਕਰਕੇ ਕਿਉਂ ਨਾ ਜਿਹੜੇ ਨਵੇਂ ਜਵਾਕ ਨੇ, ਚਾਹੇ ਉਹ 4-5 ਸਾਲ ਦਾ ਆ, ਉਹਨੂੰ ਉਹਦੀ ਭਾਸ਼ਾ ਨਾਲ ਤੋੜ ਕੇ ਅੰਗਰੇਜ਼ੀ ਦੇ ਵਿੱਚ ਹੀ ਪੜ੍ਹਾ ਦਈਏ। ਇਹ ਸਹੀ ਨਹੀਂ ਰਹੂਗਾ ਕਿ ਅੱਗੇ ਜਾ ਕੇ ਫਿਰ ਉਹ ਕਹਿੰਦੇ ਸਿਆਣਾ ਹੋ ਜੂ, ਜ਼ਿਆਦਾ ਪੜ੍ਹ ਲਿਖ ਜੂ? ਇਹ ਬਿਲਕੁਲ ਗਲਤ ਫਹਿਮੀ ਹੈ ਕਿ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਨ ਨਾਲ ਬੱਚੇ ਨੂੰ ਅੰਗਰੇਜ਼ੀ ਵੱਧ ਆ ਜਾਏਗੀ। ਜਿੰਨੀਆਂ ਵੀ ਅੰਗਰੇਜ਼ੀ ਪੜ੍ਹਾਉਣ ਵਾਲੀਆਂ ਸੰਸਥਾਵਾਂ ਨੇ, ਸਭ ਤੋਂ ਵੱਧ ਬ੍ਰਿਟਿਸ਼ ਕੌਂਸਲ ਜਿਹੜੀ ਆਈਲੈਟਸ ਦੇ ਇਮਤਿਹਾਨ ਲੈਂਦੀ ਹੈ, ਆਈਲੈਟਸ ਦੇ ਬੈਂਡ ਦਿੰਦੀ ਹੈ, ਆਈਲੈਟਸ ਦੀਆਂ ਜਿਹੜੀਆਂ ਫੀਸਾਂ ਲੈਂਦੀ ਹੈ, ਉਹ ਪੰਜਾਬ 'ਚੋਂ 500 ਕਰੋੜ ਪਿਛਲੇ ਸਾਲ ਲੈ ਗਈ ਹੈ। ਉਹ ਇਹ ਕਹਿੰਦੀ ਹੈ ਕਿ ਅੰਗਰੇਜ਼ੀ ਮਾਧਿਅਮ ਨਾਲੋਂ ਮਾਂ ਬੋਲੀ ਮਾਧਿਅਮ ਜਿਹੜਾ ਅੰਗਰੇਜ਼ੀ ਸਿੱਖਣ ਵਾਸਤੇ ਬਿਹਤਰ ਹੈ। ਪਹਿਲਾਂ ਸਕੂਲਾਂ ਦੇ ਵਿੱਚ ਮਾਂ ਬੋਲੀ ਮਾਧਿਅਮ ਹੁੰਦੀ ਸੀ ਕਿ ਉਹਨਾਂ ਲੋਕਾਂ ਦੀ ਅੰਗਰੇਜ਼ੀ ਹੋਣ ਵਾਲੇ ਅੰਗਰੇਜ਼ੀ ਮਾਧਿਅਮ ਵਾਲਿਆਂ ਨਾਲ ਮਾੜੀ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉਹ ਜਿਹੜੇ ਪਹਿਲੇ ਜ਼ਮਾਨੇ ਦੇ ਲੋਕ ਪੜ੍ਹੇ ਹੋਏ ਨੇ, 10ਵੀਂ ਤੱਕ ਆਪਣੀ ਭਾਸ਼ਾ 'ਚ ਪੜ੍ਹਦੇ ਸੀ, ਫਿਰ ਅੰਗਰੇਜ਼ੀ ਅੱਗੋਂ ਪੜ੍ਹਦੇ ਸੀ, 6ਵੀਂ ਤੋਂ ਅੰਗਰੇਜ਼ੀ ਪੜ੍ਹਦੇ ਵਿਸ਼ੇ ਵਜੋਂ, ਉਹਨਾਂ ਦੀ ਅੰਗਰੇਜ਼ੀ ਜੇ ਵਿਆਕਰਣ ਵੇਖੋ ਜਾਂ ਉਹਨਾਂ ਦੀ ਅੰਗਰੇਜ਼ੀ ਦੇ ਵਿੱਚ ਲੰਮੀ ਚੌੜੀ ਗੱਲ ਕਰਨ ਦੀ, ਲਿਖਣ ਦੀ ਸਮਰੱਥਾ ਆ, ਅੰਗਰੇਜ਼ੀ ਮਾਧਿਅਮ ਵਾਲਿਆਂ ਨਾਲੋਂ ਜ਼ਿਆਦਾ ਘੱਟ ਨਹੀਂ। ਔਰ ਸਾਨੂੰ ਸਿਰਫ ਲੋੜ ਨਹੀਂ ਹੈ, ਸਾਰੀ ਦੁਨੀਆ ਨੂੰ ਲੋੜ ਹੈ ਇੱਕ ਦੂਜੇ ਨਾਲ ਜੁੜਨ ਦੀ, ਵਪਾਰ ਕਰਨ ਦੀ। ਅੰਤਰਰਾਸ਼ਟਰੀਕਰਨ ਸਾਰਿਆਂ ਲਈ ਹੋ ਰਿਹਾ, ਵਿਸ਼ਵੀਕਰਨ ਸਾਰਿਆਂ ਲਈ ਹੋ ਰਿਹਾ। ਪਰ ਸਾਡੇ ਵਾਂਗ ਤਾਂ ਕੋਈ ਅੰਗਰੇਜ਼ੀ ਦੇ ਮਗਰ ਪਾਗਲ ਤਾਂ ਨਹੀਂ ਹੋ ਗਿਆ। ਉਹ ਆਪਣੀਆਂ ਮਾਤ ਭਾਸ਼ਾਵਾਂ 'ਚ ਪੜ੍ਹਾਉਂਦੇ ਨੇ, ਔਰ ਜਿਵੇਂ ਵਿਦੇਸ਼ੀ ਭਾਸ਼ਾ ਨੂੰ ਪੜ੍ਹਾਇਆ ਜਾਣਾ ਚਾਹੀਦਾ ਉਵੇਂ ਪੜ੍ਹਾਉਂਦੇ ਨੇ 8-9 ਸਾਲ ਦੀ ਉਮਰ ਤੋਂ ਬਾਅਦ। ਬਲਕਿ ਖੋਜ ਤਾਂ ਇਹ ਦੱਸਦੀ ਹੈ ਕਿ 15 ਸਾਲ ਦੀ ਉਮਰ ਤੋਂ ਬਾਅਦ ਵਾਲੇ ਬੱਚੇ ਅੰਗਰੇਜ਼ੀ ਬਿਹਤਰ ਸਿੱਖਦੇ ਨੇ। 15 ਸਾਲ ਤੋਂ ਬਾਅਦ ਸਿੱਖੋ, ਤੁਸੀਂ ਛੇਤੀ ਸਿੱਖੋਗੇ, ਬਿਹਤਰ ਸਿੱਖੋਗੇ। ਇਹ ਮਤਲਬ MIT ਮੈਸਾਚੂਸੇਟ ਇੰਸਟੀਚਿਊਟ ਆਫ ਟੈਕਨੋਲੋਜੀ, ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਖੋਜ ਸੰਸਥਾ ਪਹਿਲੇ ਦਰਜੇ ਦੀ, ਉਹਨੇ 6 ਲੱਖ ਲੋਕਾਂ ਨੂੰ ਲੈ ਕੇ ਖੋਜ ਕੀਤੀ, ਪਿੱਛੇ 3-4 ਸਾਲ ਪਹਿਲਾਂ ਛਾਪੀ। ਤੇ ਉਹਨਾਂ ਕਿਹਾ ਕਿ 15 ਸਾਲ ਦੀ ਉਮਰ ਤੋਂ ਬਾਅਦ ਵਿਦੇਸ਼ੀ ਭਾਸ਼ਾ ਜਾਂ ਹੋਰ ਦੂਜੀ ਭਾਸ਼ਾ ਜਿਹੜੀ ਮਾਂ ਬੋਲੀ ਤੋਂ ਇਲਾਵਾ ਭਾਸ਼ਾ ਹੁੰਦੀ ਹੈ, ਉਹ ਬੰਦਾ ਛੇਤੀ ਤੇ ਬਿਹਤਰ ਸਿੱਖਦਾ। ਤੁਹਾਡੀ ਸੰਸਥਾ ਦੇ ਵੱਲੋਂ ਆ ਉਹ ਖੇਤੀ ਆਰਡੀਨੈਂਸ ਤੇ ਖਾਸ ਤੌਰ ਤੇ ਪੰਜਾਬੀ ਭਾਸ਼ਾ ਦੇ ਨਾਲ ਜਿਹੜਾ ਜੁੜਿਆ ਹੋਇਆ ਕਾਨੂੰਨ ਆ, ਉਹਦੇ ਖਿਲਾਫ ਜਿਹੜੀ ਗੱਲਬਾਤ ਕੀਤੀ ਗਈ ਹੈ। ਗੱਲ ਇਹ ਹੈ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਅੰਕੜੇ ਪੇਸ਼ ਕਰਦੀ ਹੈ ਕਿ ਜੋ ਕੁਝ ਹੋ ਰਿਹਾ ਅਸੀਂ ਸਹੀ ਕਰ ਰਹੇ ਹਾਂ, ਕਿਉਂਕਿ ਕਸ਼ਮੀਰ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਤਾਂ ਕਰਕੇ ਬਾਹਰ ਰੱਖਿਆ ਗਿਆ ਕਿਉਂਕਿ ਉੱਥੇ ਪੰਜਾਬੀ ਬੋਲਣ ਵਾਲੇ ਲੋਕ ਨਹੀਂ ਨੇ, ਤੇ ਜੋ ਬੋਲਦੇ ਨੇ ਉਹਨਾਂ ਦੇ ਅੰਕੜੇ ਆ ਨੇ, ਤਾਂ ਕਰਕੇ ਅਸੀਂ ਲਾਗੂ ਕੀਤੇ ਗਏ। ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ, ਤਾਂ ਕੀ ਪਲੈਨਿੰਗ ਹੈ? ਕਿਉਂਕਿ ਉਹਨਾਂ ਦੀ ਜੋ ਉਹਨਾਂ ਨੇ ਜਵਾਬ ਪੈਦਾ ਕੀਤਾ, ਉਹਦਾ ਹੱਲ ਕੀ ਹੈ? ਕੇਂਦਰ ਸਰਕਾਰ ਜੋ ਮਰਜ਼ੀ ਕਹੀ ਜਾਵੇ, ਕਰੋਨਾ ਦੀ ਆੜ 'ਚ ਜਾਂ ਉਹਨਾਂ ਦੀ ਜੋ ਉਹਨਾਂ ਕੋਲ ਬਹੁਮਤ ਹੈ, ਬਹੁਮਤ ਦੀ ਆੜ ਦੇ ਵਿੱਚ ਜੋ ਕੁਝ ਮਰਜ਼ੀ ਕਹੀ ਜਾਵੇ, ਇਹ ਹਿੰਦੁਸਤਾਨ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਜਿਹੜੇ 3-4 ਕੋਈ ਅੱਜ ਦੀ ਪ੍ਰੈਸ ਕਾਨਫਰੰਸ ਕੋਈ ਐਵੇਂ ਨਹੀਂ ਬੁਲਾਈ ਗਈ ਕੇਂਦਰੀ ਪੰਜਾਬੀ ਲੇਖ ਸਭਾ ਵੱਲੋਂ। ਇਹ 3 ਮੁੱਦੇ ਨੇ ਨਾ ਜਿਹੜੇ ਖਾਸ ਕਰਕੇ, ਇੱਕ ਤਾਂ ਕਿਸਾਨੀ ਦਾ ਮੁੱਦਾ, ਇੱਕ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਭਾਸ਼ਾ ਦਾ ਮੁੱਦਾ, ਤੇ ਇੱਕ ਸਾਡੀ ਜਿਹੜੀ ਕੇਂਦਰੀ ਸਿੱਖਿਆ ਨੀਤੀ ਆ ਉਹ ਮੁੱਦਾ। ਇਹ ਤਿੰਨੇ ਮੁੱਦੇ ਇੰਨੇ ਅਹਿਮ ਨੇ ਜਿਨ੍ਹਾਂ ਦਾ ਸਿੱਧਾ ਸੰਬੰਧ ਆਮ ਲੋਕਾਂ ਨਾਲ ਹੈ, ਆਮ ਜਨਤਾ ਨਾਲ ਹੈ, ਮਜ਼ਦੂਰਾਂ ਨਾਲ ਹੈ, ਕਿਸਾਨਾਂ ਨਾਲ ਹੈ। ਇਸ ਕਰਕੇ ਇਹਨਾਂ ਮੁੱਦਿਆਂ 'ਤੇ ਜੋ ਫੈਸਲੇ ਲਏ ਗਏ ਨੇ, ਤੁਸੀਂ ਤਾਂ ਖੁਦ ਪੱਤਰਕਾਰ ਹੋ ਸਾਰੇ, ਤੇ ਉਹਨੂੰ ਕਿਸੇ ਨੇ ਵੀ, ਜਿਹਨੂੰ ਕਹਿੰਦੇ ਸਮਰਥਨ ਨਹੀਂ ਕੀਤਾ ਇਹਨਾਂ ਦੀ ਆਪਣੀ ਪਾਰਟੀ ਤੋਂ ਬਿਨਾਂ। ਕਿਸੇ ਨੇ ਕਿਸੇ ਰਾਜਨੀਤਿਕ ਪਾਰਟੀ ਨੇ ਸਮਰਥਨ ਨਹੀਂ ਕੀਤਾ, ਕਿਸੇ ਸਾਹਿਤਕ ਸੱਭਿਆਚਾਰਕ ਪਾਰਟੀ ਨੇ ਕਿਸੇ ਨੇ ਸਮਰਥਨ ਨਹੀਂ ਕੀਤਾ। ਇਹ ਬੜੇ ਹੀ ਗੰਭੀਰ ਮਸਲੇ ਨੇ। ਕਿਸਾਨੀ ਦਾ ਮਸਲਾ ਹੀ ਪਹਿਲਾਂ ਲੈ ਲੈਂਦੇ ਆਪਾਂ। ਤੁਹਾਡੇ ਸਾਹਮਣੇ ਹੈ ਵੀ ਕਿਸ ਤਰ੍ਹਾਂ ਇਹ ਕੰਪਨੀਆਂ ਦੇ ਸਾਹਮਣੇ ਪੰਜਾਬ ਦੀ ਕਿਸਾਨੀ ਨੂੰ, ਦੇਸ਼ ਦੀ ਕਿਸਾਨੀ ਨੂੰ ਸਿੱਧੇ ਹੀ ਇਹਨਾਂ ਨੇ ਆਪਣੇ ਬਿੱਲਾਂ ਰਾਹੀਂ ਵੇਚਤਾ। ਤੇ ਇਕੱਲੀ ਕਿਸਾਨੀ ਨੂੰ ਨਹੀਂ ਵੇਚਿਆ ਗਿਆ, ਨਾਲ ਸਾਡਾ ਮਜ਼ਦੂਰ ਵੀ, ਸਾਡਾ ਕਾਮਾ ਵੀ ਕਰਨ ਵਾਲਾ, ਕਿਉਂਕਿ ਹਰੇਕ ਮਜ਼ਦੂਰ ਦਾ ਸੰਬੰਧ ਸਿੱਧਾ ਕਿਸਾਨ ਨਾਲ ਹੈ। ਕਿਸਾਨ ਇੱਕ ਇਸ ਸਾਡੇ ਸਮਾਜ ਦਾ ਅਜਿਹਾ ਪਰਿਵਾਰ ਦਾ ਮੈਂਬਰ ਹੈ ਕਿ ਉਸ ਤੋਂ ਬਿਨਾਂ ਤਾਂ ਕੁਝ ਵੀ ਨਹੀਂ। ਜੇ ਉਹ ਦੁਖੀ ਹੈ ਤਾਂ ਸਾਰਾ ਸੰਸਾਰ ਦੁਖੀ ਹੈ, ਸਾਰਾ ਸਮਾਜ ਦੁਖੀ ਹੈ। ਜੇ ਕਿਸਾਨ ਸੁਖੀ ਹੈ ਤਾਂ ਉਹਦੇ ਕੋਲੋਂ ਉਹਦਾ ਜੋ ਸਮਰਥਨ ਮੁੱਲ ਹੈ ਉਹ ਵੀ ਖੋਹਿਆ ਜਾ ਰਿਹਾ ਹੈ। ਉਹਨੂੰ ਕੰਪਨੀਆਂ ਦਾ ਕਰਿੰਦਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।
ਉਹਦੀਆਂ ਜ਼ਮੀਨਾਂ 2-2 4-4 ਏਕੜ ਵਾਲੇ ਕਿਸਾਨ ਕਿੱਧਰ ਜਾਣਗੇ? ਕੀ ਉਹ ਵਪਾਰਕ ਨੀਤੀ ਨਾਲ ਜੁੜ ਜਾਣਗੇ ਕਿ ਬਾਹਰਲੀ ਜੇ ਉਹ ਵਿਦੇਸ਼ੀ ਨੀਤੀ ਹੈ, ਵਪਾਰਕ ਨੀਤੀ ਜਾਂ ਕਿਸਾਨੀ ਨੀਤੀ, ਉਹਦੇ ਨਾਲ ਉਹ ਕਿਵੇਂ ਅਨਪੜ੍ਹ ਕਿਸਾਨ ਕਿਵੇਂ ਜੁੜੇਗਾ? ਗੱਲ ਇਹ ਵੀ 25 ਤਰੀਕ ਨੂੰ ਆ ਜਿਹੜਾ ਹੁਣ ਕਿਸਾਨ ਜਥੇਬੰਦੀਆਂ ਨੇ ਕਿਹਾ ਵੀ ਪੰਜਾਬ ਬੰਦ ਕਰਾਂਗੇ, ਤੇ ਤੁਹਾਡੀ ਸੰਸਥਾ ਦੇ ਵੱਲੋਂ ਵੀ ਉਹਨਾਂ ਦਾ ਜਿਹੜਾ ਸਮਰਥਨ ਕੀਤਾ ਗਿਆ, ਤੇ ਤੁਹਾਡੇ ਵੱਲੋਂ ਕਿਵੇਂ ਯੋਗਦਾਨ ਪਾਇਆ ਜਾ ਰਿਹਾ? ਇੱਕ ਪਾਸੇ ਤਾਂ ਇਹ ਹੈ ਕਿ ਅਸੀਂ ਕਲਮਾਂ ਵਾਲੇ ਲੋਕ ਹਾਂ, ਅਸੀਂ ਘਰ ਬਹਿ ਕੇ ਜਾਂ ਕਰੋਨਾ ਦੇ ਅੰਦਰ ਬੰਦ ਕੀਤੇ ਹੋਏ ਵੀ ਅਸੀਂ ਆਪਣੀ ਕਲਮ ਦੇ ਰਾਹੀਂ ਇਹ ਮੁੱਦਿਆਂ ਦੇ ਆਪਣੀ ਕਲਮ ਅਜ਼ਮਾਈ ਕਰ ਰਹੇ ਹਾਂ, ਲਿਖ ਰਹੇ ਹਾਂ ਤੇ ਕਿਸਾਨਾਂ ਦਾ, ਲੋਕਾਂ ਦਾ ਹੌਸਲਾ ਬੁਲੰਦ ਕਰਨ ਦਾ ਯਤਨ ਕਰਦੇ ਹਾਂ। ਉਸ ਤੋਂ ਬਾਅਦ ਜੇ ਕਿਸਾਨ ਹੀ ਬਾਹਰ ਖੁੱਲ੍ਹ ਕੇ ਸੜਕਾਂ ਤੇ ਆ ਗਏ ਤੇ ਅਸੀਂ ਵੀ ਇਹ ਅੱਜ ਫੈਸਲਾ ਕੀਤਾ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਅਸੀਂ ਵੀ ਉਹਨਾਂ ਦੇ ਧਰਨਿਆਂ 'ਚ ਸ਼ਾਮਲ ਹੋਵਾਂਗੇ। ਸੋ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਬੁਲਾਰਿਆਂ ਦਾ ਕਹਿਣਾ ਹੈ ਕਿ ਆਉਣ ਵਾਲੀ 25 ਤਰੀਕ ਨੂੰ ਜੋ ਖੇਤੀ ਆਰਡੀਨੈਂਸ ਦੇ ਖਿਲਾਫ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਣਾ, ਉਹਦੇ ਵਿੱਚ ਹੁਮ-ਹੁਮਾ ਕੇ ਪਹੁੰਚਣਗੇ ਤੇ ਜੋ ਕਿਸਾਨ ਜਥਿਆਂ ਦੇ ਵੱਲੋਂ ਗ੍ਰਿਫਤਾਰੀਆਂ ਦਿੱਤੀਆਂ ਜਾਣਗੀਆਂ ਉਹਦੇ ਵਿੱਚ ਸ਼ਾਮਲ ਵੀ ਹੋਣਗੇ। ਤੇ ਨਾਲ ਦੀ ਨਾਲ ਵੱਡੇ ਪੱਧਰ ਉੱਤੇ ਕੇਂਦਰ ਸਰਕਾਰ ਦੀ ਜੰਮੂ ਕਸ਼ਮੀਰ ਦੇ ਵਿੱਚ ਜੋ ਭਾਸ਼ਾਈ ਬਿੱਲ ਨੂੰ ਲੈ ਕੇ ਨੀਤੀ ਆਈ ਗਈ ਉਸ ਦਾ ਵਿਰੋਧ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇੱਕ ਤਰੀਕੇ ਦੇ ਨਾਲ ਸਰਕਾਰ ਭਾਸ਼ਾ ਨੂੰ ਖਤਮ ਕਰਨ ਤੇ ਲੱਗੀ ਹੋਈ ਹੈ। ਸਿੱਖਿਆ ਨੀਤੀ ਦੇ ਮਤਲਬ ਦੇ ਨਾਲ ਭਾਸ਼ਾ ਨੂੰ ਖਤਮ ਕੀਤਾ ਜਾ ਰਿਹਾ, ਲੋਕਾਂ ਨੂੰ ਸਿਰਫ ਇੱਥੇ ਤੱਕ ਸੀਮਿਤ ਕੀਤਾ ਜਾ ਰਿਹਾ ਕਿ ਕਿਹੜੀ ਭਾਸ਼ਾ ਦੇ ਨਾਲ ਉਹ ਰੁਜ਼ਗਾਰ ਮਿਲ ਸਕਦਾ, ਕਿਉਂਕਿ ਜਦੋਂ ਤੁਹਾਡੀਆਂ ਖੇਤਰੀ ਭਾਸ਼ਾਵਾਂ ਨੂੰ ਖਤਮ ਕਰ ਦਿੱਤਾ ਜਾਵੇਗਾ ਤਾਂ ਆਮ ਜੀ ਗੱਲ ਹੈ ਕਿ ਤੁਹਾਨੂੰ ਪੜ੍ਹਾਉਣ ਦਾ ਮਾਧਿਅਮ ਅੰਗਰੇਜ਼ੀ ਹੋਵੇਗਾ ਤੇ ਹੋਰ ਭਾਸ਼ਾਵਾਂ ਹੋਣਗੀਆਂ। ਗੱਲ ਇਹ ਨਹੀਂ ਕਿ ਪੰਜਾਬੀ ਭਾਸ਼ਾਵਾਂ ਤੇ ਹੋਰ ਜਿਹੜੀਆਂ ਦੇਸੀ ਭਾਸ਼ਾਵਾਂ ਨੇ ਉਹਨੂੰ ਖਤਮ ਕਰਨ ਦੀ ਹੈ, ਪਰ ਦੂਜੇ ਪਾਸੇ ਅਜਿਹੇ ਰਾਜ ਜਿੱਥੇ ਹਿੰਦੀ ਲਾਗੂ ਹੈ ਉਹਨਾਂ ਦੇ ਵਿੱਚ ਵੀ ਅੰਗਰੇਜ਼ੀ ਭਾਸ਼ਾ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ। ਸੋ ਪੰਜਾਬੀ ਦੇ ਨਾਲ ਨਾਲ ਜਿੱਥੇ ਹਿੰਦੀ ਭਾਸ਼ਾ ਜਿਹਨੂੰ ਕਿਹਾ ਜਾਂਦਾ ਹੈ ਸਾਡੀ ਰਾਸ਼ਟਰੀ ਭਾਸ਼ਾ, ਉਹਨੂੰ ਵੀ ਖਤਮ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ। ਸੋ ਕਿਤੇ ਇਹ ਕਹਿ ਦੇਣਾ ਸਮੁੱਚੇ ਹਿੰਦੁਸਤਾਨ ਦੇ ਵਿੱਚ ਇੱਕ ਪਾਸੇ ਕਹਿਣਾ ਕਿ ਅਸੀਂ ਹਿੰਦੀ ਨੂੰ ਲੈ ਕੇ ਆ ਰਹੇ ਹਾਂ, ਪਰ ਨਾਲ ਦੀ ਨਾਲ ਹਿੰਦੀ ਭਾਸ਼ਾ ਦਾ ਵੀ ਜਿਹੜਾ ਤਿਰਸਕਾਰ ਕੀਤਾ ਜਾ ਰਿਹਾ। ਸੋ ਸਮੁੱਚੇ ਮੁੱਦੇ ਦੇ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਬੁਲਾਰਿਆਂ ਦਾ ਇਹ ਕਹਿਣਾ ਕਿ ਉਹ ਸਰਕਾਰ ਦਾ ਵਿਰੋਧ ਕਰਦੇ ਨੇ ਤੇ ਖੇਤੀ ਆਰਡੀਨੈਂਸਾਂ ਦੇ ਖਿਲਾਫ ਕਿਸਾਨਾਂ ਦੇ ਨਾਲ ਖੜੇ ਨੇ।